ਗੱਲ ਪੰਜਾਬ ਦੀ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਮੈਂ ਹਾਂ ਤੁਹਾਡਾ ਦੋਸਤ, ਤੁਹਾਡਾ ਹੋਸਟ ਪ੍ਰਵੀਨ ਕੋਮਲ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਖਰੀਆਂ ਖੋਟੀਆਂ ਗੱਲਾਂ, ਖਰੀਆਂ ਖੋਟੀਆਂ। ਇਸ ਦੇ ਵਿੱਚ ਖਰੀਆਂ ਖੋਟੀਆਂ ਗੱਲਾਂ ਕਰਾਂਗੇ ਕਿਹਨਾਂ ਦੇ ਬਾਰੇ? ਕਿਸਾਨ ਅੰਦੋਲਨ ਨੂੰ ਤਾਰ ਪੀਡੋ ਕਰਨ ਵਾਲੇ, ਕਿਸਾਨ ਅੰਦੋਲਨ ਨੂੰ ਹਾਈਜੈਕ ਕਰਨ ਵਾਲੇ ਵਿਅਕਤੀਆਂ ਦੇ ਬਾਰੇ ਆਪਾਂ ਗੱਲਾਂ ਖਰੀਆਂ ਖੋਟੀਆਂ ਕਰਾਂਗੇ। ਹੋ ਸਕਦਾ ਕਈਆਂ ਨੂੰ ਇਹਦੇ ਬਾਰੇ ਮਿਰਚਾਂ ਵੀ ਲੱਗਣ, ਜਿਹੜੇ ਅਜਿਹੀ ਹਰਕਤ ਨੂੰ, ਅਜਿਹੀ ਕਰਤੂਤ ਨੂੰ ਜਿਹੜੀ ਕਿ ਦਿੱਲੀ ਵਿਖੇ ਹੋਈ ਹੈ, ਜਾਇਜ਼ ਠਹਿਰਾਉਣ। ਸਾਨੂੰ ਕੋਈ ਇਤਰਾਜ਼ ਨਹੀਂ। ਜੇ ਤੁਸੀਂ ਆਪਣਾ ਕੋਈ ਕੱਢਣਾ ਹੋਵੇ ਮਨ ਦਾ ਗਵਾਰ, ਤੇ ਇਹਦੇ ਵਿੱਚ ਕਮੈਂਟ ਬਾਕਸ ਹੈਗਾ, ਤੇ ਉਹਦੇ ਵਿੱਚ ਤੁਸੀਂ ਗਾਲਾਂ ਗੁਲਾਂ ਅੱਛੀ ਤਰ੍ਹਾਂ ਕੱਢ ਸਕਦੇ ਹੋ ਜਿੰਨਾ ਕੁ ਤੁਹਾਨੂੰ ਆਉਂਦੀਆਂ ਨੇ। ਜਿਵੇਂ ਕਿ ਅਕਸਰ ਅਸੀਂ ਵੇਖਦੇ ਹਾਂ ਕਿ ਜਿਹੜੇ ਲੋਕ ਤਰਕ ਦੀ ਭਾਸ਼ਾ ਨਹੀਂ ਜਾਣਦੇ ਤੇ ਉਹ ਫਿਰ ਆਪਣੇ ਇਸੇ ਹਥਿਆਰ ਤੋਂ ਕੰਮ ਲੈਂਦੇ ਨੇ। ਖੈਰ ਪਿਆਰੇ ਦਰਸ਼ਕੋ, ਅੱਜ ਦੀ ਇਸ ਚਰਚਾ ਦੇ ਵਿੱਚ ਸਾਡੇ ਨਾਲ ਭਾਗ ਲੈਣ ਦੇ ਵਿਸ਼ੇਸ਼ ਤੌਰ ਦੇ ਉੱਤੇ ਪਧਾਰੇ ਨੇ ਸਰਦਾਰ ਨਾਹਰ ਸਿੰਘ ਜੀ। ਸਰਦਾਰ ਨਾਹਰ ਸਿੰਘ ਜੀ ਦੇ ਬਾਰੇ ਥੋੜ੍ਹੀ ਜਿਹੀ ਅਸੀਂ ਤੁਹਾਨੂੰ ਦੱਸ ਦਈਏ। ਸਰਦਾਰ ਨਾਹਰ ਸਿੰਘ ਜੀ ਪੰਜਾਬ ਪੁਲਿਸ ਦੇ ਰਿਟਾਇਰਡ ਡੀਐਸਪੀ ਨੇ। ਕਮਾਲ ਦੀ ਗੱਲ ਇਹ ਹੈ ਕਿ 54 ਵਾਰ ਇਹਨਾਂ ਨੂੰ ਖੂਨਦਾਨ ਕਰਨ ਦਾ ਮਾਣ ਪ੍ਰਾਪਤ ਹੈ। ਤੇ ਨਾਲ ਦੀ ਨਾਲ ਦੋਸਤੋ, ਇਹ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸਮਾਣਾ ਇਲਾਕਾ ਤੋਂ ਸੀਨੀਅਰ ਅਕਾਲੀ ਆਗੂ ਵੀ ਹਨ। ਤੇ ਦੂਜੇ ਪਾਸੇ ਮੇਰੇ ਨਾਲ ਨੇ ਇਸ ਚਰਚਾ ਦੇ ਵਿੱਚ ਭਾਗ ਲੈਣ ਦੇ ਲਈ ਪਧਾਰੇ ਬਾਬਾ ਗੁਰਮੀਤ ਸਿੰਘ ਖਾਲਸਾ ਜੀ, ਜਿਹੜੇ ਕਿ ਤਰਨਾ ਦਲ ਦੇ ਐਡਵਾਈਜ਼ਰ ਨੇ। ਬਾਬਾ ਗੁਰਮੀਤ ਸਿੰਘ ਖਾਲਸਾ ਜੀ, ਸਰਦਾਰ ਨਾਹਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰੀਏ ਸਰਦਾਰ ਨਾਹਰ ਸਿੰਘ ਜੀ, ਤੁਸੀਂ ਕਿਉਂਕਿ ਸਾਬਕਾ ਪੁਲਿਸ ਅਫਸਰ ਵੀ ਹੋ, ਤੇ ਬੜੀ ਇੱਕ ਤਰ੍ਹਾਂ ਦੀ ਅਸੀਂ ਕਹਿ ਦਈਏ ਕਿ ਮੰਦਭਾਗੀ ਘਟਨਾ ਹੋਈ ਹੈ। ਲਾ ਐਂਡ ਆਰਡਰ ਨੂੰ ਛਿੱਕੇ ਟੰਗ ਦਿੱਤਾ ਗਿਆ, ਯਾਨੀ ਕਿ ਨਾ ਅਮਨ ਦੀ ਪਰਵਾਹ ਨਾ ਕਾਨੂੰਨ ਦੀ। ਤੇ ਦੂਜੇ ਪਾਸੇ ਅਸੀਂ ਕਹਿ ਦਈਏ ਕਿ ਲਾਲ ਕਿਲਾ यमुना नदी के नेड़े है कि यमुना नदी के तट पर घटना घटी गंभीर, भाइयों घटना घटी गंभीर। दीप सिद्धू जी छेड़ गए ते फस गए दास बलबीर सिंह राजोवाल होरियां दे उत्ते परचा दर्ज हो चुके हैं। 37 लीडरां दे उत्ते FIR होई है। ते इहदे नाल दी नाल 22 ਜਿਹੜੀਆਂ FIR ने 22 FIR दर्ज होईयां ने। ते तकरीबन ਨੀਅਰ ਅਬਾਊਟ ਅਸੀਂ ਕਹਿ ਸਕਦੇ ਹਾਂ ਕਿ 200 ਤੋਂ ਵੱਧ ਬੰਦੇ ਪੁਲਿਸ ਦੀ ਹਿਰਾਸਤ ਵਿੱਚ ਨੇ, ਜਿਨ੍ਹਾਂ ਤੋਂ ਬੜੀ ਕਰੜੀ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਜਿਹੜਾ ਇਹ ਪ੍ਰੋਗਰਾਮ ਸੀ ਨਾਹਰ ਸਿੰਘ ਜੀ, ਇਹ ਬੜਾ ਇੱਕ ਮੰਦਭਾਗੀ ਘਟਨਾ ਸੀ। ਤੁਹਾਡੇ ਕੀ ਕਮੈਂਟ ਨੇ ਸ਼ੁਰੂਆਤੀ ਇਹਦੇ ਬਾਰੇ? ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਕੋਮਲ ਜੀ, ਤੁਹਾਨੂੰ, ਗੱਲ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਹਿੰਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਸ਼ੇਰ ਨਾਲ ਗੱਲ ਸ਼ੁਰੂ ਕਰੀ ਹੈ, ਮੈਂ ਵੀ ਇਹ ਕਰਾਂ। ਇਰਸ਼ਾਦ। ਮਨ ਬੜਾ ਉਦਾਸ ਹੈ ਜੀ, ਫਿਰ ਵੀ ਤਾਂ ਆਸ ਹੈ, ਹੋਵੇ ਸਭ ਪਾਸੇ ਖੈਰ, ਦਿਲ ਤੋਂ ਹੈ ਅਰਦਾਸ। ਮੈਨੂੰ ਅੱਜ ਇਹ ਕਿਸੇ ਬਠਿੰਡੇ ਜ਼ਿਲ੍ਹੇ ਦੇ ਸਾਡੇ ਪੁਲਿਸ ਮੁਲਾਜ਼ਮ ਨੇ, ਮੇਰੇ ਛੋਟੇ ਭਰਾ ਨੇ ਭੇਜਿਆ ਸੀ, ਤੇ ਉਹ ਮੈਂ ਦੇਖ ਕੇ ਉਹਨਾਂ ਦੀਆਂ ਲਾਈਨਾਂ ਬੋਲ ਰਿਹਾ, ਮੈਨੂੰ ਬਹੁਤ ਵਧੀਆ ਲੱਗਿਆ। ਦੇਖੋ, ਇਹ ਇੱਕ ਦਰਦ ਹੈ, ਇੱਕ ਦਰਦ ਦੀ ਭਾਵਨਾ ਜਿਹੜੀ ਕਿ ਹਰ ਪੰਜਾਬੀ ਦੇ ਮਨ ਦੇ ਵਿੱਚ ਹੈ, ਜਿਨ੍ਹਾਂ ਦੀਆਂ ਆਸਾਂ ਕਿਸਾਨਾਂ ਦੇ ਨਾਲ ਹੀ ਵੱਜੀਆਂ ਹੋਈਆਂ ਸਨ। ਨਹੀਂ ਮੈਂ ਕਹਿ ਰਿਹਾ, ਹੁਣ ਵੀ ਵੱਜੀਆਂ ਹੋਈਆਂ ਨੇ। ਤੇ ਦੋਸਤੋ, ਇਹ ਜਿਹੜੀ ਦਰਦ ਦੀ ਜਿਹੜੀ ਕਹਾਣੀ ਹੈ, ਮੇਰੇ ਸੱਜੇ ਪਾਸੇ ਔਰ ਖੱਬੇ ਪਾਸੇ, ਦੋਹੇ ਪਾਸੇ ਕਿਸਾਨਾਂ ਦੇ ਜਿਹੜੇ ਦੋਨੋਂ ਨੁਮਾਇੰਦੇ ਬੈਠੇ ਨੇ। ਤੇ ਤੁਸੀਂ ਇਹ ਦੱਸੋ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਸੀ, ਇਹ ਕੀ ਕਾਰਨ ਹੈ ਕਿ ਇੱਕੋ ਦਮ ਹੀ ਹੋਈਆਂ ਨੇ ਇਹ ਘਟਨਾਵਾਂ? ਸਾਨੂੰ ਕੱਲ ਸਵੇਰ ਤੱਕ ਇਹ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਹੁੜਦੰਗਬਾਜ਼ੀ ਉੱਥੇ ਹੋਊਗੀ। ਦੇਖੋ, ਗੱਲ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਕੱਲ ਇਹ ਘਟਨਾ ਹੋਈ ਹੈ ਜੀ, ਮੈਂ ਆਪਣੇ ਵੱਲੋਂ ਇਸ ਦੀ ਬਹੁਤ ਹੀ ਨਿੰਦਾ ਕਰਦਾ। ਜਿਹੜੀ ਕਿ ਮੈਂ ਇਹ ਕਹਾਂ ਵੀ ਤੁਸੀਂ ਕਹਿੰਦੇ ਹੋ ਵੀ ਆਸ ਨਹੀਂ ਸੀ, ਪਰਸੋਂ ਤੱਕ ਆਸ ਨਹੀਂ ਸੀ। ਸਵੇਰੇ ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਟਾਈਮ ਦਿੱਤਾ ਹੋਇਆ ਸੀ ਵੀ 8 ਵਜੇ ਅਸੀਂ ਆਵਾਂਗੇ ਤੇ 10 ਵਜੇ ਤੋਂ ਬਾਅਦ 'ਚ ਮਾਰਚ ਸ਼ੁਰੂ ਕਰਾਂਗੇ ਜੀ। ਇਹ ਵਿੱਚ ਜਿਹੜੇ ਬੰਦਿਆਂ ਦਾ ਤੁਸੀਂ ਨਾਂ ਲੈ ਕੇ ਹਟਿਆ, ਇਹੋ ਜਿਹਾ ਨੇ ਨੌਜਵਾਨਾਂ ਨੂੰ ਭੜਕਾ ਕੇ ਜੀ 8 ਵਜੇ ਹੀ ਉਹਨਾਂ ਨੂੰ ਅੱਗੇ ਲਾ ਕੇ ਤੇ ਪਹਿਲਾਂ ਹੀ ਨਾਕਾ ਤੋੜ ਕੇ ਜਿਹੜਾ ਪੁਲਿਸ ਦਾ ਇਹ ਜਿਹੜਾ ਕਿ
ਇਹ ਉਦੋਂ ਹੀ ਲੱਗਦਾ ਸੀ। ਮੈਂ ਨਿੱਜੀ ਤੌਰ ਤੇ ਉਦੋਂ ਟੀਵੀ ਦੇਖ ਰਿਹਾ ਸੀ, ਮੈਂ ਇਹ ਕਹਿੰਦਾ ਸੀ ਵੀ ਅੱਜ ਇਹ ਕਿਤੇ ਨਾ ਕਿਤੇ ਚੰਦ ਚੜਾਉਣਗੇ। ਕੀ ਖਿਆਲ ਪਰ ਹੈ? ਇਹ ਆਪਾਂ ਮੈਂ ਹੋਰ ਵੀ ਗੱਲ ਇਹ ਕਹੂੰਗਾ ਵੀ 26 ਜਨਵਰੀ ਦਾ ਇਹ ਟਾਈਮ ਸੀ ਤੇ 26 ਜਨਵਰੀ ਤੇ ਜਾ ਕੇ ਇਹਨਾਂ ਨੇ ਬਹੁਤ ਹੀ ਦੁਖਦਾਈ ਕਹਿ ਲਈਏ ਘਟਨਾ ਵਾਪਰੀ ਹੈ, ਜਿਹੜੀ ਕਿ ਇਹ ਸਾਡੇ ਦੇਸ਼ ਦਾ ਇੱਕ ਪਾਸੇ ਅਸੀਂ ਸੰਵਿਧਾਨ ਦਾ ਕਿੱਡਾ ਵੱਡਾ ਤਿਉਹਾਰ ਮਨਾ ਰਹੇ ਹਾਂ ਤੇ ਇੱਕ ਪਾਸੇ ਕਿਹੋ ਜਿਹੀ ਗੱਲ ਹੋ ਗਈ ਹੈ, ਬਹੁਤ ਹੀ ਦੁਖਦਾਈ ਘਟਨਾ ਹੈ। ਅਸੀਂ ਜਿਹੜੀ ਇਹਦੇ ਦੌਰਾਨ ਹਿੰਸਕ ਘਟਨਾਵਾਂ ਹੋਈਆਂ ਨੇ, ਜਿਹੜੇ ਇਹਦੇ ਵਿੱਚ ਜ਼ਖਮੀ ਵੀ ਹੋਏ ਨੇ, ਚਾਹੇ ਉਹ ਪੁਲਿਸ ਮੁਲਾਜ਼ਮ ਨੇ, ਚਾਹੇ ਉਹ ਆਮ ਕਿਸਾਨ ਨੇ, ਉਹਨਾਂ ਸਾਰਿਆਂ ਦੇ ਨਾਲ ਸਾਡੀ ਦਿਲੋਂ ਹਮਦਰਦੀ। ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਠੀਕ ਹੋਣ। ਪਰ ਦੂਜੇ ਪਾਸੇ ਸਭ ਤੋਂ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਹੈ, ਇਹ ਇੱਕ ਸਾਡਾ ਉੱਥੇ ਜਿਹੜਾ ਨੌਜਵਾਨ ਸੀ, ਜਿਹੜਾ ਕਿਸਾਨ ਸੀ, ਤੇ ਉਹਦੀ ਇੱਕ ਇਹਦੇ ਵਿੱਚ ਮੌਤ ਵੀ ਹੋਈ ਹੈ। ਇਹਦੇ ਕਾਰਨਾਂ ਦੇ ਬਾਰੇ ਅਸੀਂ ਵੱਖ-ਵੱਖ ਜੋ ਲੋਕ ਗੱਲਾਂ ਬਾਤਾਂ ਕਰ ਰਹੇ ਨੇ ਇਹਦੇ ਬਾਰੇ ਵੀ ਚਰਚਾ ਕਰਾਂਗੇ। ਖਾਲਸਾ ਗੁਰਮੀਤ ਸਿੰਘ ਜੀ, ਉੱਥੇ ਸਿੱਖ ਪੰਥ ਦੀ ਆਨ ਸ਼ਾਨ ਦਾ ਪ੍ਰਤੀਕ ਖੰਡੇ ਦੇ ਨਿਸ਼ਾਨ ਵਾਲਾ ਝੰਡਾ ਉੱਥੇ ਫਹਿਰਾਇਆ ਗਿਆ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਤਿਰੰਗੇ ਝੰਡੇ ਦੇ ਉੱਪਰ ਜਾਂ ਤਿਰੰਗੇ ਦੇ ਨਾਲ ਉਹਨੂੰ ਫਹਿਰਾਇਆ ਗਿਆ। ਸਾਡਾ ਤੁਹਾਡੇ ਤੋਂ ਇਹ ਸਵਾਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੋਈ, ਇਹਦੇ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਨੇ, ਕੀ ਪ੍ਰਤੀਕਰਮ ਨੇ? ਇੱਕ ਕਿਸਾਨਾਂ ਦੇ ਵੀ ਆਗੂ ਹੁੰਦੇ ਹੋਏ ਔਰ ਇੱਕ ਸਿੱਖਾਂ ਦੀ ਜਿਹੜੀ ਬਹੁਤ ਹੀ ਸਤਿਕਾਰਯੋਗ ਤਰਨਾ ਦਲ ਹੈ, ਕਿਉਂਕਿ ਤੁਹਾਡੇ ਵੀ ਜਿਹੜੇ ਅਸੀਂ ਵੇਖਿਆ ਜਿਹੜੇ ਤੁਹਾਡੇ ਚੱਲਦੇ ਵਹੀਰ ਹੁੰਦੇ ਨੇ, ਤੁਹਾਡੇ ਕੋਲ ਵੀ ਝੰਡਾ ਹੁੰਦਾ, ਤੁਹਾਡੇ ਕੋਲ ਵੀ ਆਪਣੇ ਨਿਸ਼ਾਨ ਸਾਹਿਬ ਹੁੰਦਾ ਜੀ। ਬਿਲਕੁਲ। ਕੀ ਕਹਿਣਾ ਤੁਹਾਡੇ ਇਹਦੇ ਬਾਰੇ? ਜੀ ਬਹੁਤ ਵਧੀਆ ਤਰੀਕੇ ਨਾਲ ਇਹਦੀ ਜੋ ਇੱਕ ਪਲੈਨਿੰਗ ਕੀਤੀ ਗਈ ਸੀ ਇੱਕ ਦਿਨ ਪਹਿਲਾਂ, ਔਰ ਉਦੋਂ ਸਵੇਰੇ ਵੀ ਬਹੁਤ ਵਧੀਆ ਅਰਦਾਸ ਦੇ ਨਾਲ ਇਹਨੂੰ ਸ਼ੁਰੂਆਤ ਕੀਤੀ ਗਈ ਸੀ ਇਸ ਚੀਜ਼ ਦੀ। ਪਰ ਕਿਸੇ ਪੋਜੀਸ਼ਨ ਤੇ ਜਾ ਕੇ ਇਸ ਨੂੰ ਇੱਕ ਤਰੀਕੇ ਦਾ ਹਾਈਜੈਕ ਕਰ ਲਿਆ ਗਿਆ ਜੀ। ਉਹ ਕਿਵੇਂ ਕਰ ਲਿਆ ਗਿਆ? ਉਹ ਸਰਕਾਰ ਸ਼ੁਰੂ ਤੋਂ ਹੀ ਇਸ ਨੂੰ ਕਈ ਵਾਰ ਜਦੋਂ ਦਾ ਅੰਦੋਲਨ ਚੱਲ ਰਿਹਾ ਸੀਗਾ, ਇਹਦੇ ਵਿੱਚ ਉਹਨੂੰ ਕੁਝ ਗਲਤ ਅਨਸਰ ਪਾਉਣ ਦੀ ਤੇ ਉਹਦੇ ਵਿੱਚ ਉਹਨੂੰ ਹਾਈਜੈਕ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਜਿਹੜੇ ਲੀਡਰਾਂ ਦੀ ਸੁਚੱਜੀ ਜਿਹੜੀ ਜੋ ਉਹਨਾਂ ਦੀ ਲੀਡਰੀ ਸੀਗੀ, ਉਹਦੇ ਕਰਕੇ ਇਹ ਚੀਜ਼ਾਂ ਨਹੀਂ ਸਾਹਮਣੇ ਆ ਸਕੀਆਂ, ਔਰ ਉਹ ਜੋ ਐਂਡ ਸਮੇਂ ਤੇ ਆ ਕੇ ਉਹਨੂੰ ਹਾਈਜੈਕ ਕਰ ਲਿਆ ਗਿਆ। ਇਹ ਚੀਜ਼ ਬੜੀ ਚਿੰਤਾਜਨਕ ਹੈ, ਮੈਂ ਸਮਝ ਸਕਦਾ, ਕਿਉਂਕਿ ਉੱਥੇ ਉਹ ਬੰਦਿਆਂ ਨੇ ਹਾਈਜੈਕ ਕੀਤਾ ਹੈ ਜਿਹੜੇ ਬੰਦੇ ਹੁਣ ਤੱਕ ਉਹਦੇ ਅੰਦੋਲਨ 'ਚ ਬੈਠੇ ਵੀ ਨਹੀਂ ਸਨ। ਦੇਖੋ, ਅਸੀਂ ਕਹਿ ਦਈਏ ਨਾ, ਬੈਠੇ ਨਹੀਂ ਦੀ ਜਿੱਥੋਂ ਅਸੀਂ ਗੱਲ ਕਰਦੇ ਹਾਂ, ਦੀਪ ਸਿੱਧੂ ਹੋਰੇ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਹੀ ਜਗੇ। ਉੱਥੇ ਜਾ ਕੇ ਇਹਨਾਂ ਨੇ ਅਜਿਹੀਆਂ ਹਰਕਤਾਂ ਸ਼ੁਰੂ ਤੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਕਰਕੇ ਜਿਹੜੀਆਂ ਕਿਸਾਨ ਯੂਨੀਅਨਾਂ ਜਿਹੜੀਆਂ ਉੱਥੇ ਪਹਿਲਾਂ ਤੋਂ ਹੀ ਧਰਨਾ ਦੇ ਰਹੀਆਂ ਸੀ, ਉਹਨਾਂ ਨੇ ਦੂਰੀ ਬਣਾਈ ਇਹਨਾਂ ਤੋਂ। ਉਹਨਾਂ ਨੇ ਆਪਣੀਆਂ ਸਟੇਜਾਂ ਤੋਂ ਇਹਨਾਂ ਦਾ ਬੋਲਣਾ ਬੰਦ ਕਰ ਦਿੱਤਾ। ਜੀ ਬਿਲਕੁਲ। ਇਹਨਾਂ ਨੇ ਵੱਖਰੀ ਸਟੇਜ ਲਾ ਲਈ, ਜਿੱਥੋਂ ਇਹਨਾਂ ਨੇ ਭੜਕਾਊ ਭਾਸ਼ਣ ਵਗੈਰਾ ਵੀ ਦੇਣੇ ਸ਼ੁਰੂ ਕਰ ਦਿੱਤੇ। ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਚਾਨਕ ਇਹ ਘਟਨਾਕ੍ਰਮ ਹੋਇਆ। ਇਹ ਇੱਕ ਤਰ੍ਹਾਂ ਦੀ ਸਰਦਾਰ ਨਾਜਰ ਸਿੰਘ ਜੀ, ਸਰਦਾਰ ਨਾਰ ਸਿੰਘ ਜੀ, ਮਾਫ ਕਰਨਾ, ਇਹ ਜਿਹੜੀ ਘਟਨਾ ਹੋਈ ਹੈ, ਇਹ ਘਟਨਾ ਕਿਉਂਕਿ ਇਹਦੇ ਵਿੱਚ 120 ਵੀ ਲੱਗੀ ਹੈ, ਇਸ ਦੇ ਵਿੱਚ 395, 397, 307, 147 ਤੇ 353 IPC ਇਹ ਸੈਕਸ਼ਨਾਂ ਲੱਗੀਆਂ ਤੇ ਮੇਰਾ ਖਿਆਲ ਸਾਰੇ ਹੀ ਸਾਰੇ ਸੰਗੀਨ ਧਾਰਾਵਾਂ ਨੇ ਇੰਡੀਅਨ ਪੀਨਲ ਕੋਡ ਦੇ ਮੁਤਾਬਕ। ਕੀ ਕਹਿਣਾ ਤੁਹਾਡੇ ਇਹਦੇ ਬਾਰੇ ਕਿ ਕੀ ਅਜਿਹੀ ਕਾਰਵਾਈ ਕਾਨੂੰਨ ਦੇ ਦਾਇਰੇ ਦੇ ਵਿੱਚ ਇਸ ਨੂੰ ਤੁਸੀਂ ਇੱਕ ਸਾਬਕਾ ਪੁਲਿਸ ਅਫਸਰ ਹੋਣ ਦੇ ਨਾਤੇ ਇਹਨੂੰ ਕੀ ਨਾਂ ਦੇਵੋਗੇ? ਕਿਉਂਕਿ ਉੱਥੇ ਅਸੀਂ ਇਹ ਵੀ ਵੇਖਿਆ ਕਿ ਡਿਊਟੀ ਤੇ ਤੈਨਾਤ ਜਿਹੜੇ ਇੱਕ ਪੁਲਿਸ ਦੇ ਮੁਲਾਜ਼ਮ ਨੂੰ, ਕਰਮਚਾਰੀ ਨੂੰ ਲਾਲ ਕਿਲੇ ਤੋਂ ਧੱਕਾ ਦੇ ਦਿੱਤਾ ਗਿਆ, ਉਹਨੇ ਲਟਕ ਕੇ ਬੜੀ ਮੁਸ਼ਕਿਲ ਜਾਣ ਚਾਹੀ ਆਪਣੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਇਸ ਘਟਨਾ ਦੀ ਐਜ ਏ ਪੁਲਿਸ ਅਫਸਰ ਇਹਦੀ ਨਿੰਦਾ ਕਰਦਾ। ਤੇ ਜਿਵੇਂ ਤੁਸੀਂ ਕਿਹਾ ਇੱਕ ਪੁਲਿਸ ਅਫਸਰ ਦਾ ਤਾਂ ਤੁਸੀਂ ਨੇ ਇੱਕ ਦਾ ਜ਼ਿਕਰ ਕੀਤਾ, ਪਰ ਕਈ ਪੁਲਿਸ ਅਫਸਰ ਮੈਂ ਇਹੋ ਜਿਹੇ ਦੇਖਿਆ ਜਿਹੜੇ ਭੱਜਦੇ ਸੀ। ਉਸ ਟਾਈਮ ਤੇ ਉਹਨਾਂ ਦੇ ਡਾਂਗਾਂ ਵੀ ਬਰਾਈਆਂ ਜਾ ਰਹੀਆਂ ਸੀ, ਉਹਨਾਂ ਨੇ ਕੇਨ ਸ਼ੀਲਡਾਂ ਲੈ ਕੇ ਆਪਣਾ ਬਚਾਅ ਕਰਿਆ, ਕਈ ਦੀਵਾਰ ਤੋਂ ਛਾਲਾਂ ਮਾਰ ਕੇ ਗਏ ਆ, ਜਿਹੜੀ ਕਿ ਬਹੁਤ ਹੀ ਨਿੰਦਣਯੋਗ ਹੈ ਘਟਨਾ ਹੈਗੀ ਆ। ਇਹ ਜਿਹੜੀਆਂ ਸੰਗੀਨ ਧਾਰਾਵਾਂ ਦੀ ਗੱਲ ਕਰਦੇ ਆ, 307 ਜਾਂ ਜਿਹੜੀਆਂ ਦੂਸਰੀਆਂ ਧਾਰਾਵਾਂ ਲੱਗੀਆਂ ਨੇ, ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਲਾਈਆਂ ਗਈਆਂ ਨੇ। ਜਿਹੜੀਆਂ ਕਿ ਮੈਂ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਾਂ ਕਿ ਕੱਲ ਦੀ ਤਰੀਕ 'ਚ ਜਿਹੜੀ 26 ਜਨਵਰੀ ਦੀ ਤਰੀਕ ਦੇ ਵਿੱਚ 7 FIR ਦਰਜ ਹੋਈਆਂ ਸੀ। ਹੁਣ ਤੱਕ ਇਸ ਨਾਲ ਰਿਲੇਟਡ 22 FIR ਦਰਜ ਹੋ ਗਈਆਂ ਨੇ, ਜਿਹਦੇ ਵਿੱਚੋਂ 37 ਲੀਟਰ ਵੀ ਉਹਨਾਂ ਨੇ ਵਿੱਚ ਪਾਏ ਜੀ। ਔਰ ਪਿਆਰੇ ਦਰਸ਼ਕੋ, ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਇਸ ਹਿੰਸਾ ਦੇ ਵਿੱਚ 400 ਦੇ ਕਰੀਬ ਪੁਲਿਸ ਅਤੇ ਪੈਰਾਮਿਲਟਰੀ ਫੋਰਸਸ ਦੇ ਜਿਹੜੇ ਮੁਲਾਜ਼ਮ ਨੇ ਉਹ ਜ਼ਖਮੀ ਹੋਏ ਨੇ। ਅਸੀਂ ਇਹ ਵੀ ਵੇਖਿਆ ਤੁਸੀਂ ਕਿਸਾਨ ਲੀਡਰ ਹੋ,
ਟਰੈਕਟਰ ਜਿਹੜਾ ਹੁੰਦਾ ਹੈ ਉਹ ਖੇਤੀ ਦੇ ਕੰਮ ਆਉਂਦਾ ਹੈ, ਵਾਹੀ ਦੇ ਕੰਮ ਆਉਂਦਾ ਹੈ। ਟਰੈਕਟਰ ਨੂੰ ਅਸੀਂ ਕਦੇ ਵੀ ਕਾਰ ਦੀ ਸਪੀਡ ਦੇ ਨਾਲ ਜਾਂ ਉਹਦੇ ਨਾਲ ਜੇ ਦੌੜਾਵਾਂਗੇ, ਉਹਦਾ ਸਟਰਕਚਰ ਇਸ ਤਰ੍ਹਾਂ ਦਾ ਹੁੰਦਾ, ਅਗਲੇ ਪਹੀਏ ਉਹਦੇ ਛੋਟੇ ਨੇ, ਪਿਛਲੇ ਪਹੀਏ ਵੱਡੇ ਨੇ, ਉਹ ਦੁਰਘਟਨਾ ਉਹਦੇ ਨਾਲ ਹੋਣੀ ਹੁੰਦੀ ਹੈ। ਤੇਜ਼ ਰਫ਼ਤਾਰ ਦੇ ਵਿੱਚ ਇੱਕਦਮ ਸਕਿਡ ਵੀ ਕਰ ਸਕਦਾ ਹੈ। ਇੱਥੇ ਅਸੀਂ ਵੇਖਿਆ ਕਿ ਜਿਵੇਂ ਟਰੈਕਟਰ ਰੇਸ ਲੱਗੀ ਹੁੰਦੀ ਹੈ, ਮੇਰਾ ਖਿਆਲ ਹੈ ਜੀ 60 ਦੀ ਸਪੀਡ ਤੋਂ ਕੋਈ ਟਰੈਕਟਰ ਨਹੀਂ ਹੋਣਾ ਘੱਟ ਜਿਹੜਾ ਉਸ ਰੋਡ ਦੇ ਉੱਤੇ, ਔਰ ਕਈ ਟਰੈਕਟਰ ਤੁਸੀਂ ਵੇਖਿਆ ਹੋਣਾ ਕਿ ਪੁਲਿਸ ਮੁਲਾਜ਼ਮਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਹ ਤਾਂ ਜੀ ਬਹੁਤ ਹੀ ਨਿੰਦਣਯੋਗ ਇਹ ਘਟਨਾ ਹੈਗੀ ਆ ਜਿਹੜੀ ਟਰੈਕਟਰ ਦੀ ਤੁਸੀਂ ਕਹਿੰਦੇ ਹੋ। ਜੇ ਆਪਾਂ ਕਹੀਏ ਵੀ ਕਿਸਾਨ ਦਾ, ਮੈਂ ਆਪ ਕਿਸਾਨ ਦਾ ਪੁੱਤ ਹੋਣ ਦੇ ਨਾਤੇ, ਕਿਸਾਨ ਲੀਡਰ ਬਾਅਦ ਦੇ ਵਿੱਚ ਹੈਗਾ ਜਾਂ ਲੀਡਰ ਕੋਈ ਵੀ ਹੈਗਾ, ਪਰ ਕਿਸਾਨ ਦਾ ਪੁੱਤ ਮੈਂ ਪਹਿਲਾਂ। ਜਿਹੜੀ ਕੱਲ ਘਟਨਾ ਹੋਈ ਆ, ਜਿਹੜੀ ਇਸ ਨੂੰ ਟਰੈਕਟਰ ਨੂੰ ਤਾਂ ਦੇਖੋ ਇੱਕ ਕਹਿੰਦੇ ਨੇ ਵੀ ਕਿਸਾਨ ਦਾ ਗੱਡਾ, ਗੱਡੇ ਦੇ ਤੌਰ ਤੇ ਉਹ ਵਰਤਿਆ ਜਾਂਦਾ ਸੀ, ਪਰ ਜਿਹੜੀ ਇਹਨਾਂ ਨੇ ਕੱਲ ਘੁਸਪੈਠ ਕਰਕੇ ਇਹ ਕਿਸਾਨ ਯੂਨੀਅਨ ਦਾ ਜਿਹੜਾ ਇਹਨਾਂ ਨੇ ਰੂਟ ਪਲਾਨ ਬਣਾਇਆ ਸੀ, ਉਹਨੂੰ ਸ਼ੁਰੂ ਤੋਂ ਹੀ ਇਹਨਾਂ ਨੇ ਤਾਰ ਪਿੰਡੋਂ ਕਰਕੇ ਆਪਣਾ ਰੂਟ ਬਣਾ ਕੇ ਆਪਣਾ ਹੀ ਇੱਥੇ ਜਾਣ ਦਾ ਲਾਲ ਕਿਲੇ ਤੇ ਤਾਂ ਹੈ ਹੀ ਨਹੀਂ ਸੀ, ਆਈਡੀਓ ਜਾਣ ਦਾ ਕੋਈ ਹੈ ਹੀ ਨਹੀਂ ਸੀ। ਕਿਸੇ ਬੱਸਾਂ ਦੇ ਵਿੱਚ ਜਾ ਕੇ ਜਿਹੜੀ ਇਹ ਪਹਿਲਾਂ ਤੋਂ ਹੀ ਗਿਣੀ ਮਿਥੀ ਸਾਜ਼ਿਸ਼ ਜਿਹੜੀ ਬੀਜੇਪੀ ਨੇ ਇਹ ਪਹਿਲਾਂ ਕਰਕੇ ਆਮ ਏਜੰਸੀਆਂ ਇਹੋ ਜਿਹੇ ਅੰਦੋਲਨ ਫੇਲ ਕਰਨ ਵਾਸਤੇ ਇਹੋ ਜਿਹਾ ਕੁਝ ਕਰਦੇ ਨੇ, ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਗਈਆਂ ਨੇ, ਜਿਹੜੇ ਕਿ ਕਿਸਾਨ ਅੰਦੋਲਨ ਨੂੰ ਇਹ ਢਾਲ ਆਉਣ ਵਾਸਤੇ, ਜਾਂ ਆਪਾਂ ਕਹਿ ਲਈਏ ਵੀ ਬੀਜੇਪੀ ਸਰਕਾਰ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਗਈ ਹੈ। ਮੈਂ ਫੇਰ ਬੇਨਤੀ ਕਰਦਾ ਕਿ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਕਿ ਤੁਸੀਂ ਅਗਵਾਈ ਕਰਕੇ ਇਹਦੇ ਵਿੱਚ ਜਿੰਨੀ ਕੁ ਵਧੀਆ ਤਰੀਕੇ ਨਾਲ ਇਹ ਵਰਲਡ ਦੇ ਵਿੱਚ ਅੰਦੋਲਨ ਦੀ ਪ੍ਰਸ਼ੰਸਾ ਹੋ ਰਹੀ ਸੀ, ਹੁਣ ਚੰਗੀ ਤਰ੍ਹਾਂ ਅਗਵਾਈ ਕਰਕੇ ਮਾੜੇ ਬੰਦੇ ਨੂੰ ਉੱਥੋਂ ਦੇਖ ਕੇ ਉੱਥੋਂ ਹੀ ਕੱਢਣ ਦੀ ਕੋਸ਼ਿਸ਼ ਕਰੋ ਤੇ ਤਾਂ ਚੰਗਾ ਰਹੂਗਾ। ਪਰ ਜੇ ਹੁਣ ਇਸ ਤਰ੍ਹਾਂ ਹੀ ਆਪਾਂ ਅਵੇਸਲੇ ਰਹੇ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋਊਗਾ, ਜਿਹਦਾ ਕਿ ਆਪਾਂ ਕਦੀ ਵੀ ਇਸ ਕਿਸਾਨਾਂ ਦੀ ਭਰਪਾਈ ਨਹੀਂ ਹੋ ਸਕਦੀ। ਬਿਲਕੁਲ ਨਹੀਂ ਹੋ ਸਕਦੀ। ਵੇਖੋ, ਜਦੋਂ ਤੱਕ ਤੁਸੀਂ ਬਾਬੇ ਨਾਨਕ ਦੇ ਨਿਯਮ ਫਾਲੋ ਕਰਦੇ ਹੋਏ ਤੁਸੀਂ ਉੱਥੇ ਨਾਮ ਜਪ ਰਹੇ ਸੀ, ਤੁਸੀਂ ਉੱਥੇ ਵੰਡ ਛਕ ਰਹੇ ਸੀ, ਤੁਸੀਂ ਉੱਥੇ ਆਪਣੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਉੱਥੇ ਭਗਤੀ ਕਰ ਰਹੇ ਸੀ ਬੈਠ ਕੇ, ਤੇ ਲੋਕ ਵੀ ਤੁਹਾਡੇ ਸ਼ਲਾਘਾ ਕਰਦੇ ਸੀ। ਉਹਨਾਂ ਵਿਅਕਤੀਆਂ ਦੀ ਸ਼ਲਾਘਾ ਹਾਲੇ ਵੀ ਲੋਕ ਕਰ ਰਹੇ ਨੇ। ਪਰ ਜਦੋਂ ਇਹਦੇ ਵਿੱਚ ਇੱਕ ਨੌਟੰਕੀ ਆ ਜਾਂਦੀ ਹੈ, ਜਦੋਂ ਇਹਦੇ ਵਿੱਚ ਇੱਕ ਡਰਾਮਾ ਆ ਜਾਂਦਾ ਹੈ, ਮੈਨੂੰ ਸਮਝ ਨਹੀਂ ਆਈ ਕਿ ਟਰੈਕਟਰ ਮਾਰਚ ਕਰਨ ਦੀ ਲੋੜ ਕੀ ਸੀ, ਜਦੋਂ ਤੁਹਾਡਾ ਇੱਕ ਪ੍ਰੈਸ਼ਰ ਇਸੇ ਤਰ੍ਹਾਂ ਹੀ ਬਿਲਡਅਪ ਹੋ ਰਿਹਾ ਸੀ। ਤੁਸੀਂ ਵੇਖਿਆ ਹੋਣਾ ਕਿ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਨੇ, ਖਾਲਸਾ ਜੀ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਨੇ ਆਪਣੀ ਰੈਲੀ ਕੱਢੀ, ਆਪਣੀ ਮਾਰਚ ਕੀਤਾ। ਉਹਨਾਂ ਨੇ ਕਈ ਵਿਚਾਰੇ, ਉਹਨਾਂ ਦੇ ਤਾਂ ਕਿਸਾਨਾਂ ਦੇ ਧੋਤੀਆਂ ਪਾਈਆਂ ਹੋਈਆਂ ਨੇ, ਠੀਕ ਹੈ, ਕੱਪੜੇ ਵੀ ਨਹੀਂ ਚੱਜਦੇ ਪਾਏ ਹੋਏ, ਔਰ ਕਈ ਵਿਚਾਰੇ ਨੰਗੇ ਪੈਰ ਨੇ, ਚੱਪਲਾਂ ਪਾ ਕੇ ਉਹ ਆਪਣਾ ਮਾਰਚ ਬੰਬੇ ਤੱਕ ਕੱਢਿਆ ਜੀ ਉਹਨਾਂ ਨੇ। ਤੇ ਉਹਨਾਂ ਦੇ ਗਲ ਦੇ ਵਿੱਚ ਹਾਰ ਪਾਏ ਲੋਕਾਂ ਨੇ, ਉਹਨਾਂ ਦਾ ਸਵਾਗਤ ਕੀਤਾ, ਪੀਸਫੁਲ ਮਾਰਚ, ਔਰ ਉਹਨਾਂ ਦਾ ਪੂਰਾ ਦਬਾਅ ਬਣਿਆ। ਜਦ ਤੁਹਾਡਾ ਵੈਸੇ ਦਬਾਅ ਬਣ ਰਿਹਾ ਹੈ, ਇਹ ਸਲਾਹ ਕਿਹਨੇ ਦਿੱਤੀ ਕਿ ਤੁਸੀਂ ਜੀ ਟਰੈਕਟਰ ਤੋਰ ਲਓ ਦਿੱਲੀ ਵੱਲ, ਤੇ ਫੇਰ ਕਿਹਾ ਜਾਂਦਾ ਜੀ ਕਿ ਟਰੈਕਟਰ ਕਿੰਨੇ ਸੀ, ਟਰੈਕਟਰਾਂ ਦੀ ਗਿਣਤੀ ਵੀ ਦੱਸੀ ਜਾਂਦੀ ਹੈ। ਗਿਣਤੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਜੇ ਤੱਕ ਸ਼ਾਇਦ ਇੰਨੇ ਟਰੈਕਟਰ ਕਿਤੇ ਇਕੱਠੇ ਨਾ ਹੋਏ। ਦੇਖੋ ਜੀ, ਕੁਝ ਇਹ ਵੀ ਇੱਕ ਮੈਂ ਕੋਮਲ ਜੀ ਇਹਦੇ ਵਿੱਚ ਇੱਕ ਨਾਲ ਜੋੜਦਾ, ਜਿਹੜਾ ਤੁਸੀਂ ਕਹਿੰਦੇ ਹੋ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਸਵਾਗਤ ਹੋਇਆ ਸੀ ਜੀ। ਪਹਿਲਾਂ ਸ਼ੁਰੂ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਵੀ ਇਸ ਕਿਸਾਨਾਂ ਦਾ ਸਾਥ ਦਿੰਦੇ ਹੋਏ ਤੇ ਇਹਨਾਂ ਦੇ ਵੀ ਫੁੱਲਾਂ ਦੀ ਵਰਖਾ ਕਰੀ ਸੀ। ਜੇ ਸ਼ਾਂਤਮਈ ਰਹਿੰਦਾ ਤਾਂ ਉਸ ਦਾ ਹੋਰ ਵੀ ਇਹਨਾਂ ਨੂੰ ਮਿਲਣਾ ਸੀ। ਪਰ ਹੁਣ ਜਿਹੜਾ ਜਾ ਕੇ ਇਹ ਬਹੁਤ ਵੱਡਾ ਨਾ ਧੋਣ ਵਾਲਾ ਇਹਦੇ ਤੇ ਆਪਾਂ ਕਹਿ ਦਈਏ ਵੀ ਧੱਬਾ ਲੱਗਾ। ਪਰ ਖਾਲਸਾ ਜੀ, ਮੈਂ ਤੁਹਾਡੇ ਵੱਲ ਆ ਰਿਹਾ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਤੇ ਜਿਹੜੀ ਨਿਰਮਾਣਤਾ ਹੈ ਨਾ, ਇਹ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਕਹਾਵਤ ਵੀ ਹੈ ਕਿ ਇੱਕ ਚੁੱਪ 100 ਸੁੱਖ, ਤੇ ਇੱਕ ਚੁੱਪ 100 ਨੂੰ ਹਰਾਵੇ, 100 ਨੂੰ ਹਰਾਵੇ। ਯਾਨੀ ਕਿ ਇਹ ਉਸੇ ਨਿਰਮਾਣਤਾ ਵਾਲੇ ਕਨਸੈਪਟ ਦੇ ਵਿੱਚ ਹੀ ਵੀ ਹੈ। ਪਰ ਜਦੋਂ ਤੁਸੀਂ ਹੁੱਲੜਬਾਜ਼ੀ ਦੇ ਉੱਤੇ ਉਤਰੇ ਹੁੰਦੇ ਹੋ, ਜਦੋਂ ਤੁਸੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਦੇ ਹੋ, ਤੁਸੀਂ ਚਾਂਗਰਾ ਮਾਰਦੇ ਹੋ। ਅਸੀਂ ਉਹਦੇ ਵਿੱਚ ਕੁਝ ਵੀਡੀਓ ਜਿਹੜੀਆਂ ਨੇ ਨਸ਼ਰ ਹੋਈਆਂ ਨੇ ਕਿ ਤੇ ਜਿਹੜੇ ਟਿਕੈਤ ਵਰਗੇ ਲੀਡਰ ਨੇ, ਇਹ ਤਾਂ ਇਹ ਵੀ ਕਹਿੰਦੇ ਨੇ ਜੀ कि भाई डंडा रखना हाथ में, झंडा भी वहाँ पे फहराना होगा जाके ऊपर, डंडे सोटियां साथ में जरूर रखना। बाद में स्पष्टीकरण दिंदे ने कि ये लोगों को भड़काउणा नहीं,
ਜੀ ਤੁਸੀਂ ਇਹ ਦੇਖੋ ਕਿ ਜਿਹੜਾ ਕੱਲ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਜਾ ਕੇ ਹੁੱਲੜਬਾਜ਼ੀ ਕੀਤੀ ਹੈ ਜੀ। ਉਹਨਾਂ ਨੂੰ ਕੀ ਲੋੜ ਸੀ ਟਰੈਕਟਰ ਰੈਲੀ ਕਰਨ ਦੀ, ਜੀ। ਤੁਹਾਡਾ ਇਹ ਸਵਾਲ ਜਿਹੜਾ ਹੈਗਾ ਨਾ ਜੀ ਤੁਸੀਂ ਦੇਖੋ ਕਿ ਪਹਿਲਾਂ ਪੰਜਾਬ ਦੇ ਵਿੱਚ ਇਹਨਾਂ ਨੇ ਕਾਫੀ ਜਗ੍ਹਾ ਤੇ ਬਹਿ ਕੇ ਸਰਕਾਰ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਗੱਲ ਸੁਣੋ। ਜੀ ਜਦੋਂ ਉਹ ਗੱਲ ਨਹੀਂ ਬਣੀ ਤੇ ਉਸ ਤੋਂ ਬਾਅਦ ਦਿੱਲੀ ਤੱਕ ਪਹੁੰਚੇ ਨੇ, ਹਾਲਾਂਕਿ ਦਿੱਲੀ ਦੇ ਅੰਦਰ ਹੀ ਵੜ ਸਕਦੇ ਸਨ, ਪਰ ਬਾਰਡਰ ਤੇ ਬਹਿਣ ਦਾ ਮਤਲਬ ਹੈ ਕਿ ਨੱਕ 'ਚ ਦਮ ਕੀਤਾ ਜਾਏ ਜਿਹੜਾ ਕਿ ਇਹ ਸਾਡੀ ਗੱਲ ਮੰਨਣ। ਜਦੋਂ ਇਸ ਤੋਂ ਬਾਅਦ ਵੀ ਲਗਾਤਾਰ ਇੰਨੀਆਂ ਬੈਠਕਾਂ ਮੇਰੇ ਖਿਆਲ 10 ਤੋਂ ਲੈ ਕੇ 11 ਤੱਕ ਹੋ ਚੁੱਕੀਆਂ ਹੁਣ ਤੱਕ, ਉਸ ਤੋਂ ਬਾਅਦ ਇਹ ਇੱਕ ਸ਼ਕਤੀ ਪ੍ਰਦਰਸ਼ਨ ਸੀਗਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਵੀ ਅਸੀਂ ਟਰੈਕਟਰ ਰੈਲੀ ਕਰਨੀ ਹੈ, ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਵੀ ਇੱਥੇ ਬੈਠੇ ਹਾਂ ਔਰ ਲੋਕੀ ਇਹ ਮਹਿਸੂਸ ਕਰਨ ਜਿਹੜੇ ਬੰਦੇ ਸਪੋਰਟਰ ਨੇ ਅੱਗੇ ਆਉਣ। ਔਰ ਉਹਦਾ ਵੀ ਇਹ ਵੀ ਦੇਖੋ ਕਿ ਉਹ ਲੋਕਾਂ ਨੇ ਹਾਰ ਦੇ ਫੁੱਲਾਂ ਨਾਲ ਦੇਖੋ ਇਹਦਾ 네ਗੇਟਿਵ ਵੀ ਲੇਕਿਨ ਪ੍ਰਭਾਵ ਇਹਦਾ ਲੋਕਾਂ ਨੈਗੇਟਿਵ ਨੂੰ ਪ੍ਰਭਾਵ ਇਹ ਚਲਾ ਗਿਆ ਕਿ ਜਿਹੜੇ ਸਰਕਾਰ ਦੇਖੋ ਹੁਣ ਤੱਕ ਜਿੰਨੇ ਵੀ ਜਿਹੜੇ ਹੈਗੇ ਨੇ ਅੰਦੋਲਨ ਹੋਏ ਨੇ ਉਹਨਾਂ 'ਚ ਦੇਖੋ ਕਿਤੇ ਨਾ ਕਿਤੇ ਜਿਹੜੀਆਂ ਏਜੰਸੀਆਂ ਨੇ ਜਾਂ ਗਲਤ ਜਿਹੜੇ ਇਹਦੇ 'ਚ ਹੁਣ ਤੱਕ ਜਿਹੜੀ ਵੀ ਲਹਿਰ ਚੱਲੀਆਂ ਨੇ, ਮੈਂ ਨਾਮ ਨਹੀਂ ਲਵਾਂਗਾ, ਠੀਕ ਹੈ, ਉਹਨਾਂ 'ਚ ਵੀ ਇਹ ਪਰੇਸ਼ਾਨੀਆਂ ਆਈਆਂ ਸਨ, ਉਹ ਵੀ ਕਿਸੇ ਪਾਸੇ ਉਦਾਰਵਲ ਸਨ। ਲੇਕਿਨ ਜਿਹੜੀ ਹੁਣ ਇਹ ਚੱਲੀ ਹੈ ਇਹ ਸ਼ਾਇਦ ਹੁਣ ਤੱਕ ਟੁੱਟ ਜਾਂਦੀ ਜੇ ਕਿਸੇ ਰਾਜਨੀਤਿਕ ਹੁੰਦੀ ਤਾਂ। ਅਸੀਂ ਇਸ ਰੈਲੀ ਦੇ ਵਿੱਚ ਕੋਈ ਆਇਸ਼ਰ ਟਰੈਕਟਰ ਆਸ਼ਾ ਜਿਹਨੂੰ ਕਹਿੰਦੇ ਸੀ ਜਿਹਦਾ ਅੱਗੇ ਫਰੰਟ ਚੱਕਿਆ ਜਾਂਦਾ ਹੈ, ਜੀ ਜੀ ਉਹ ਵੇਖਿਆ ਸਰ, ਬਹੁਤ ਸੇ ਜੀ, ਬਹੁਤ ਸਾਰੇ ਸਨ। ਠੀਕ ਹੈ, ਹਾਂਜੀ, ਬਹੁਤ ਸਾਰੇ ਸਨ। ਬਹੁਤ ਸਾਰੇ ਸਨ, ਇਹਦੇ ਵਿੱਚ ਜੌਨ ਡੀਅਰ ਟਰੈਕਟਰ ਵੀ ਸੀਗੇ, ਬਹੁਤ ਸਾਰੇ ਸਨ, ਬਿਲਕੁਲ ਜਿਨ੍ਹਾਂ ਨੂੰ ਫਰੰਟ ਦੇ ਉੱਤੇ ਲਾਇਆ ਗਿਆ। ਲਾਇਆ ਗਿਆ। ਠੀਕ ਹੈ, ਕਿਉਂਕਿ ਉਹਨਾਂ ਦੀ ਸਮਰੱਥਾ ਹੈ ਜਿਹੜੀ ਉਹਨਾਂ ਦੀ ਸਮਰੱਥਾ ਉਹਦੇ ਅੱਗੇ ਸਿਸਟਮ ਵੀ ਲਵਾਏ ਗਏ। ਯਾਨੀ ਕਿ ਪਹਿਲਾਂ ਆਈਡੀਆ ਸੀ ਕਿ ਅਸੀਂ ਬੈਰੀਕੇਡ ਤੋੜਨੇ ਨੇ, ਤੇ ਜਦੋਂ ਇਹ ਸਕੀਮਾਂ ਪਹਿਲਾਂ ਚੱਲ ਰਹੀਆਂ ਸੀ, ਇਹਦੀਆਂ ਇੰਟਰਵਿਊ ਵੀ ਆ ਰਹੀਆਂ ਸੀ, ਤੇ ਕੀ ਕਿਸਾਨਾਂ ਦਾ ਜਿਹੜੇ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਡਿਊਟੀ ਨਹੀਂ ਬਣਦੀ ਸੀ ਕਿ ਇਸ ਨੂੰ ਘਟਨਾਕ੍ਰਮ ਨੂੰ ਰੋਕਿਆ ਜਾਂਦਾ। ਉਹਨਾਂ ਨੇ ਜੀ, ਤੁਸੀਂ ਸ਼ਾਇਦ ਧਿਆਨ ਨਾਲ ਦੇਖੋ, ਜਿਹੜੇ ਆਪਣਾ ਰਾਜੇਵਾਲ ਸਾਹਿਬ ਨੇ ਇਹਨਾਂ ਨੇ ਪ੍ਰੋਪਰ ਕਿਹਾ ਸੀ ਕਿ ਸਾਨੂੰ ਖਬਰਾਂ ਮਿਲ ਰਹੀਆਂ ਨੇ, ਉਹ ਇਹ ਨਾ ਕਰਨ, ਅਸੀਂ ਉੱਥੇ ਕਿਤੇ ਕਬਜ਼ਾ ਕਰ ਨਹੀਂ ਚੱਲੇ। ਉਹਨਾਂ ਨੇ ਇਹ ਵੀ ਉੱਥੇ ਕਿਹਾ ਸੀ ਕਿ ਅਸੀਂ ਲਾਲ ਕਿਲੇ 'ਚ ਝੰਡਾ ਨਹੀਂ ਬਣਾਉਣਾ। ਬਿਲਕੁਲ ਭਾਸ਼ਣ, ਉਹਨਾਂ ਨੇ ਗੱਲਾਂ ਸਾਰੀਆਂ ਕੀਤੀਆਂ ਸਨ। ਦੇਖੋ ਭਾਸ਼ਣ ਤਾਂ ਮੋਦੀ ਜੀ ਤੋਂ ਵੱਧ ਕੋਈ ਬੰਦਾ ਲੱਛੇਦਾਰ ਨਹੀਂ ਦੇ ਸਕਦਾ। ਜੀ, ਭਾਸ਼ਣਾਂ ਦੇ ਨਾਲ ਹੈਨਾ ਜੇ ਗੱਲ ਬਣਦੀ ਹੁੰਦੀ ਤਾਂ ਰਾਧਾ ਨੂੰ ਇਹ ਨਾ ਕਹਿਣਾ ਪੈਂਦਾ ਕਿ ਉਦੋਂ ਕਾਹਨ ਦੀ ਗੱਲ ਸੁਣਾ ਸਾਨੂੰ ਤੇ ਕਾਹਨੂੰ ਗੋਂਗਲੂ ਤੋਂ ਮਿੱਟੀ ਝਾੜਦਾ ਹੈ ਵੀ ਤੇਰੇ ਭਾਸ਼ਣਾਂ ਤੋਂ ਅਸੀਂ ਕੁਝ ਨਹੀਂ ਲੈਣਾ। ਸਵਾਲ ਤਾਂ ਇਹ ਹੈ ਕਿ ਪ੍ਰੈਕਟੀਕਲ ਤੁਸੀਂ ਕੀ ਕੀਤਾ ਹੈ। ਤੁਸੀਂ ਜਿਹੜੇ ਉੱਥੇ ਜੇ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਟਰੈਕਟਰਾਂ ਦੇ ਨਾਲ ਇਸ ਤਰ੍ਹਾਂ ਦੀ ਹਿੰਸਾ ਹੋ ਸਕਦੀ ਹੈ, ਉੱਥੇ ਤੁਸੀਂ ਮੁੱਢਲੀ ਕਤਾਰ ਦੇ ਵਿੱਚ ਆਪਣੇ ਬੰਦੇ ਕਿਉਂ ਨਹੀਂ ਲਾਏ? ਜਿਹੜੇ ਤੁਹਾਡੇ ਵਾਲੰਟੀਅਰ ਸੀ ਉਹਨਾਂ ਨੂੰ ਟਰੈਕਟਰ ਦੇ ਕੇ ਉਹਨਾਂ ਦੇ ਸਾਹਮਣੇ ਕਿਉਂ ਨਹੀਂ ਲਾਇਆ? ਇਹਦੇ ਸੰਬੰਧੀ ਜੀ ਮੈਂ ਇੱਕ ਗੱਲ ਕਹੂੰਗਾ ਤੁਹਾਨੂੰ, ਜਿਵੇਂ ਮੈਂ ਸ਼ੁਰੂ ਦੇ ਵਿੱਚ ਕਹਿ ਕੇ ਗਿਆ, ਤੁਹਾਨੂੰ ਦੱਸਿਆ ਵੀ ਇਹਨਾਂ ਦਾ ਸਵੇਰ ਤੋਂ ਹੀ ਜਿਹੜੀ ਕਿਸਾਨ ਲੀਡਰਾਂ ਨੇ ਬਣਾਈ ਸੀ ਵੀ ਆਪਾਂ ਨੇ ਇਦਾਂ ਮਾਰਚ ਕਰਨਾ, ਉਹਨਾਂ ਨੇ ਇਹ ਕਿਹਾ ਸੀ ਵੀ ਅੱਗੇ ਅਸੀਂ ਲੱਗਾਂਗੇ, ਪਿੱਛੇ ਦੂਜੇ ਇਹ ਲੱਗਣਗੇ। ਪਰ ਇਹਨਾਂ ਨੂੰ ਤਾਂ ਅਜੇ ਜਾਣ ਹੀ ਨਹੀਂ ਦਿੱਤਾ ਸੀ। ਆਪਣੇ ਆਪ ਹੀ ਉਹਨਾਂ ਨੇ ਇਹਨਾਂ ਤੋਂ ਇੱਕ ਤਰ੍ਹਾਂ ਦਾ ਕਹੀਏ ਵੀ ਮਾਰਚ ਖੋ ਕੇ ਆਪਣੇ ਹਾਈਜੈਕ ਕਰ ਲਿਆ ਸੀ। ਉਹਨਾਂ ਨੇ ਕਰ ਲਿਆ ਸੀ। ਜਿਹੜੇ ਬੱਚੇ ਛੋਟੇ ਛੋਟੇ ਭੈਣਾਂ, ਬੀਬੀਆਂ, ਮਾਈਆਂ, ਬਜ਼ੁਰਗ ਮਾਤਾ ਬੈਠੀਆਂ ਸੀ, ਉਹਨਾਂ ਵਾਸਤੇ ਇੰਤਜ਼ਾਮ ਕਿੰਨਾ ਵਧੀਆ ਕਰਿਆ ਹੋਇਆ ਸੀ ਜਾਣਦਾ ਸੀ। ਜ਼ਰੂਰੀ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਸੀ ਵੀ ਟਰੈਕਟਰ ਮਾਰਚ ਦੀ ਕੀ ਲੋੜ ਸੀ ਉੱਥੇ ਦਾ ਇਹ ਕਰਨਾ ਜੀ, ਪਰ ਜੇ ਇਹ ਕੁਝ ਨਾ ਕਰਦੇ, ਪਹਿਲਾਂ ਤਾਂ ਪੰਜਾਬ 'ਚ ਬੈਠੇ ਸੀ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਵੀ ਜੌਨ ਡੀਅਰ ਟਰੈਕਟਰ, ਕਿਉਂਕਿ ਉਹ ਇਹਨਾਂ ਨੇ ਦੇਖਿਆ ਹੋਇਆ ਸੀ ਹਰਿਆਣੇ ਦੇ ਵਿੱਚ ਜਦੋਂ ਬੜੇ ਨੇ ਸ਼ੰਭੂ ਤੋਂ ਲੈ ਕੇ ਉੱਥੇ ਟਿਕਰੀ ਬਾਰਡਰ ਤੱਕ ਜਾਂ ਸਿੰਘੂ ਬਾਰਡਰ ਤੱਕ ਇਹਨਾਂ ਨੂੰ ਉਹਨਾਂ ਨੇ ਪੁਲਿਸ ਦੇ ਨਾਕੇ ਤੋੜ ਕੇ ਹੀ ਜਾਣਾ ਪਿਆ ਸੀ। ਯਾਨੀ ਜੇ ਇਹ ਜਿੰਨਾ ਪੁਲਿਸ ਨੇ ਇਹਨਾਂ ਨੂੰ ਕਿਹਾ ਹੋਇਆ ਸੀ ਵੀ ਰੂਟ ਮਿਲਿਆ ਹੋਇਆ, ਉਹਦੇ ਤੇ ਜਾਂਦੇ, ਮੇਰਾ ਖਿਆਲ ਹੈ ਸ਼ਾਇਦ ਨਹੀਂ। ਜਦੋਂ ਮੇਰੀ ਉੱਥੇ ਗੱਲ ਤੁਸੀਂ ਦੇਖੋ, ਤੁਸੀਂ ਕਹਿਤਾ ਕਿ ਇਹਨਾਂ ਨੇ ਪਹਿਲਾਂ ਤਿਆਰੀ ਸੀ ਤੁਹਾਡੇ ਕਹਿਣ ਮੁਤਾਬਕ ਵੀ ਅਸੀਂ ਉਹਦੇ ਤਜਰਬੇ ਪੁਰਾਣੇ ਹਰਿਆਣੇ ਤੋਂ ਲੈ ਕੇ ਵੀ ਅਸੀਂ ਉੱਥੇ ਨਾਕੇ ਤੋੜ ਕੇ ਜਾਣਾ ਸੀ, ਰਾਈਟ। ਜਦੋਂ ਤੁਹਾਨੂੰ ਇੱਕ ਰੂਟ ਦੇ ਦਿੱਤਾ ਗਿਆ ਤਾਂ ਫਿਰ ਤੁਹਾਨੂੰ ਇਹ ਵੀ ਪਤਾ ਹੈ, ਇੱਕ ਪਾਸੇ ਤਾਂ ਤੁਹਾਡੀ ਜਿਹੜੀ ਇੰਟੈਲੀਜੈਂਸ ਆਪਣੀ ਹੈ ਇੰਟਰਨਲ ਕਿਸਾਨਾਂ ਦੀ, ਉਹ ਐਡੀ ਤਕੜੀ ਹੈ ਕਿ ਤੁਹਾਨੂੰ ਬੰਦਾ ਪਤਾ ਲੱਗ ਜਾਂਦਾ ਫੜਾਣਾ ਸ਼ਰਾਰਤ ਕਰਨ ਆ ਗਿਆ, ਤੁਸੀਂ ਉਹਨੂੰ ਫੜ ਲੈਂਦੇ ਹੋ, ਕਈ ਫੜੇ ਨੇ। ਦੂਜੇ ਪਾਸੇ ਤੁਹਾਨੂੰ ਤੁਹਾਡੇ ਵਿੱਚ ਹੀ ਜਿਹੜੇ ਬੰਦੇ ਸਕੀਮਾਂ ਬਣਾ ਰਹੇ ਨੇ, ਤੁਸੀਂ ਉਹਨਾਂ ਦੀਆਂ ਸਕੀਮਾਂ ਨੂੰ ਫੇਲ ਨਹੀਂ ਕਰ ਸਕੇ। ਇਟ ਮੀਨਸ ਕਿਤੇ ਨਾ ਕਿਤੇ ਤੁਹਾਡੀ ਸਹਿਮਤੀ ਤਾਂ ਹੈ। ਦੇਖੋ ਜਿਹੜੇ ਬੰਦਿਆਂ ਦਾ ਤੁਸੀਂ ਨਾਂ ਲੈ ਕੇ ਗਏ ਆ, ਉਹਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਸ਼ੁਰੂ ਤੋਂ ਲੈ ਕੇ ਆਪਣੀਆਂ ਸਟੇਜਾਂ ਤੇ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਸੀ ਜੀ। ਉਹਨਾਂ ਨੇ ਵੱਖਰੀ ਸਟੇਜ ਲਾ ਕੇ ਉਹਨਾਂ ਨੂੰ ਆਪਣੇ ਵੱਖਰਾ ਹੀ ਇੱਕ ਕਹੀਏ ਵੀ ਉਹਨਾਂ ਨੇ ਆਪਣਾ ਕਿਸਾਨਾਂ ਦਾ ਅੰਦੋਲਨ ਫੇਲ ਕਰਨ ਵਾਸਤੇ ਸ਼ੁਰੂ ਤੋਂ ਹੀ ਲੱਗਦਾ ਸੀ ਇਹ। ਮੈਂ ਉਸ ਬੰਦੇ ਦੀ ਇੱਥੇ ਵੀ ਤੁਹਾਨੂੰ ਇੱਕ ਦੱਸਣੀ ਚਾਹੁੰਦਾ ਵੀ ਜਦੋਂ ਸ਼ੰਭੂ ਬਾਰਡਰ ਤੇ ਵੀ ਇਹਨਾਂ ਨੇ ਲਾਇਆ ਹੋਇਆ ਸੀ, ਉਦੋਂ ਵੀ ਅਲੱਗ ਹੀ ਤਰ੍ਹਾਂ ਦਾ, ਦੇਖੋ ਉਦੋਂ ਅਲੱਗ ਤਰ੍ਹਾਂ ਦਾ ਇਹਨਾਂ ਨੇ ਕਰਾ ਕੇ, ਉਹ ਵੀ ਪਤਾ ਤਾਂ ਉਦੋਂ ਹੀ ਲੱਗਦਾ ਸੀ
ਵੀ ਇਹ ਕਿਸੇ ਏਜੰਸੀ ਦਾ ਬੰਦਾ ਹੈ। ਦੇਖੋ, ਇੱਕ ਜਦੋਂ ਜੰਗਨਾਮਾ ਲਿਖਿਆ ਸੀ ਤਾਂ ਉਹਦੇ ਵਿੱਚ ਕਿਹਾ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਹਾਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇੱਥੇ ਅਸੀਂ ਹਾਰੀਆਂ ਨਹੀਂ ਕਹਿ ਸਕਦੇ ਕਿਉਂਕਿ ਹਾਲੇ ਅਭੀ ਇਸ਼ਕ ਕੇ ਇਮਤਿਹਾਨ ਹੋਰ ਔਰ ਵੀ ਹੈ। ਇੱਥੇ ਹਾਰੀਆਂ ਨਹੀਂ ਕਹਿ ਸਕਦੇ, ਪਰ ਅਸੀਂ ਇਹਨੂੰ ਥੋੜਾ ਅਮੈਂਡ ਕਰ ਸਕਦੇ ਹਾਂ ਕਿ ਸ਼ਾਹ ਮੁਹੰਮਦ ਦਾ ਕਈ ਸਰਕਾਰਾਂ ਕਾਰਨ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ ਨੇ। ਵੀ ਇਹਦੇ ਵਿੱਚ ਲੀਡਰ ਹੋ ਗਏ ਜ਼ਿਆਦਾ, ਮਤਭੇਦ ਜਿਹੜੇ ਸੀ ਉਹ ਉਹਨਾਂ ਦੇ ਆਪਸ ਦੇ ਵਿੱਚ ਹੀ ਨਹੀਂ ਹੋਏ, ਜਿਹੜੇ ਮਨਭੇਦ ਜ਼ਿਆਦਾ ਸੀ। ਹੁਣ ਜੇ ਟਕੈਤ ਵਰਗੇ ਜਾਂ ਦੂਜੇ ਇਸ ਤਰ੍ਹਾਂ ਦੇ ਉਕਸਾਊ ਭਾਸ਼ਣ ਪਹਿਲਾਂ ਹੀ ਦਿੰਦੇ ਨੇ, ਤੇ ਜਿਹੜੀ ਨਵੀਂ ਪਨੀਰੀ ਹੈ, ਜਿਹੜੀ ਨਵੀਂ ਪੋਚ ਹੈ, ਇਹਦੇ ਵਿੱਚ ਕਈ ਅਜਿਹੇ ਵੀ ਹੁੰਦੇ ਨੇ ਕਿ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਨਾ ਕਿ ਮੁੰਡੀਰ ਜਦੋਂ ਤੁਰ ਪੈਂਦੀ ਹੈ, ਚੱਲ ਵੀ ਓਏ ਲੜਾ ਲੜਾ ਕਰਦੀ, ਤਾਂ ਫਿਰ ਉਹਨਾਂ ਨੂੰ ਤੁਸੀਂ ਉਤਸ਼ਾਹਿਤ ਕਰ ਰਹੇ ਹੋ, ਉਹਨਾਂ ਹੱਲਾਸ਼ੇਰੀ ਦੇ ਰਹੇ ਹੋ, ਤੇ ਇਹੀ ਰਿਜ਼ਲਟ ਨਿਕਲੂਗਾ। ਚਲੋ ਇਹ ਵੀ ਤੁਹਾਡੀ ਗੱਲ ਮੰਨ ਲੈਂਦੇ ਆ, ਪਰ ਮੈਂ ਤਾਂ ਇਹ ਅਰਦਾਸ ਕਰੂੰਗਾ ਜਿਹੜੀਆਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਾ ਅਜੇ ਨਹੀਂ ਹਾਰੀਆਂ, ਕਿਉਂਕਿ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਬੈਠੇ ਕਿਸੇ ਵੀ ਇਸ ਦੇ ਨੇ ਬੜਾ ਵਧੀਆ ਸਿਆਣੇ ਬੜੇ ਡਾਕਟਰ ਦਰਸ਼ਨਪਾਲ ਹੋਰੀ ਨੇ, ਉਗਰਾਹਾਂ ਸਾਹਿਬ ਨੇ, ਬਲਵੀਰ ਸਿੰਘ ਰਾਜੇਵਾਲ ਨੇ, ਕਿੱਡੇ ਸਿਆਣੇ ਲੀਡਰ ਨੇ। ਮੈਨੂੰ ਲੱਗਦਾ ਵੀ ਇਹ ਕਿਸੇ ਤਰ੍ਹਾਂ ਵੀ ਇਹ ਹਾਰਨ ਕੇ ਆਉਣ ਵਾਲੀ ਗੱਲ ਨਹੀਂ। ਪਰ ਮੈਂ ਫੇਰ ਦੁਬਾਰਾ ਇੱਕ ਕਹੂੰਗਾ ਬੀਜੇਪੀ ਸਰਕਾਰ ਨੂੰ ਵੀ ਇੰਨੇ ਬੰਦੇ 150 ਤੋਂ ਵੱਧ ਬੰਦੇ ਮਰ ਗਏ ਆ ਉੱਥੇ, 70-80 ਤੋਂ ਵੱਧ ਉੱਥੇ ਜਾ ਕੇ 2 ਮਹੀਨਿਆਂ ਦੇ ਵਿੱਚ ਚਲੇ ਗਏ ਆ। ਜਿਹੜੇ ਕਿਸਾਨ ਦੇ ਘਰੋਂ ਚਲਾ ਗਿਆ ਉਹਨਾਂ ਦਾ ਦਰਦ ਪੁੱਛਣਾ ਬਣਦਾ। ਭਾਵੇਂ ਸਰਕਾਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ, ਕਿਸੇ ਪਰਿਵਾਰ ਦਾ ਉਹ ਪੂਰਾ ਨਹੀਂ ਹੋ ਸਕਦਾ। ਮੈਂ ਇਹੀ ਕਹੂੰਗਾ, ਬੇਨਤੀ ਕਰੂੰਗਾ ਬੀਜੇਪੀ ਸਰਕਾਰ ਨੂੰ ਆਪਣਾ ਇਹ ਹੱਥ ਛੱਡ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ। ਇਹਨਾਂ ਨੂੰ ਜ਼ਰੂਰ ਇਹਨਾਂ ਦੀਆਂ ਮੰਗਾਂ, ਜੇ ਅਸੀਂ 1/3 ਬੰਦੇ ਨੂੰ ਮੰਨ ਲਓ ਆਪਾਂ ਕਹਿੰਦੇ ਪਾਣੀ ਪੀ, ਕਮਲ ਜੀ ਪਾਣੀ ਪੀ, ਤੁਹਾਨੂੰ ਪਾਣੀ ਦੀ ਲੋੜ ਨਹੀਂ ਹੈ। ਇਹ ਮੇਰਾ ਤਾਂ ਖਿਆਲ ਨਹੀਂ ਹੈ ਵੀ ਇਹ ਆਪਣੇ ਆਪ ਹੀ ਕਹੀ ਜਾਂਦੇ ਨੇ। ਕਿਸਾਨ ਕਹਿੰਦੇ ਨੇ ਅਸੀਂ ਨਹੀਂ ਇਹ ਲੈਣਾ, ਜੇ ਮੈਨੂੰ ਪਾਣੀ ਦੀ ਲੋੜ ਨਹੀਂ, ਉਹ ਆਫਰ ਨਾ ਥੋੜਾ ਪਾਣੀ ਪੀ ਕੇ ਆਪਦਾ ਢਿੱਡ ਪਾੜਦੇ। ਸੋ ਇਹ ਗੱਲ ਹੈ। ਪਰ ਸਰਦਾਰ ਨਾਰ ਸਿੰਘ ਜੀ, ਤੁਹਾਨੂੰ ਇੱਕ ਗੱਲ ਹੋਰ ਦੱਸਦੀ, ਤੁਸੀਂ ਸਿਆਣੇ ਬੰਦਿਆਂ ਦੀ ਗੱਲ ਕੀਤੀ ਕਿ ਬੜੇ ਸਿਆਣੇ ਨੇ, ਪਰ ਇਹਨਾਂ ਤੋਂ ਵੀ ਵੱਡੇ ਸਿਆਣੇ ਆ ਗਏ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਇਹ ਵਿਚਾਰਿਆਂ ਨੂੰ, ਜਿਹੜੇ 2 ਮਹੀਨਿਆਂ ਤੋਂ ਬੈਠੇ ਸੀ, ਜਿਨ੍ਹਾਂ ਦਾ ਹਿੰਸਾ ਨਾਲ ਲੈਣ ਦੇਣ ਨਹੀਂ ਸੀ, ਉਹਨਾਂ ਨੂੰ FIR ਦੇ ਇਹੋ ਜਿਹੇ ਗੇੜ ਵਿੱਚ ਫਸਾਇਆ ਹੈ। ਤੇ ਹੁਣ ਕਿਉਂਕਿ ਤੁਸੀਂ ਪੁਲਿਸ ਅਫਸਰੋਂ, ਤੁਹਾਨੂੰ ਤਾਂ ਪਤਾ ਹੀ ਹੈ ਕਿ ਪੁਲਿਸ ਕੰਮ ਕਿਵੇਂ ਕਰਦੀ ਹੈ। ਹੁਣ ਜਿਹੜੇ ਬੰਦੇ ਉੱਥੇ 200 ਤੋਂ ਦੇ ਕਰੀਬ, 200 ਤੋਂ ਵੱਧ ਜਿਹੜੇ ਹਿਰਾਸਤ ਵਿੱਚ ਨੇ ਪੁਲਿਸ ਦੀ 'ਚ, ਜਿਨ੍ਹਾਂ ਦੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ, ਤੇ ਜਿਨ੍ਹਾਂ ਦੇ ਵਿੱਚ 60 ਤੋਂ ਵੱਧ ਬੰਦੇ ਜਿਹੜੇ ਅਰੈਸਟ ਵੀ ਹੋ ਚੁੱਕੇ ਨੇ, ਪੁੱਛਗਿੱਛ ਦੇ ਵਿੱਚ ਉਹਨਾਂ ਦੇ ਵਿੱਚ ਜਿਮਣੀਆਂ ਲਿਖੀਆਂ ਜਾਣਗੀਆਂ, ਉਹਨਾਂ ਦੇ ਵਿੱਚ ਜਿਹੜੇ ਨਾਂ ਵਗੈਰਾ ਨੇ, ਜਿਹੜੀ ਉਹ ਸੂਚਨਾ ਦੇਣਗੇ ਤੇ ਫਲਾਣਾ ਬੰਦਾ ਹੈ, ਤੇ ਹੁਣ 120 ਵੀ ਹੈ। ਤੇ ਪੁਲਿਸ ਦੀ ਇਹ ਉੱਥੇ ਪੁਲਿਸ ਦੇ ਹੱਥ ਵਿੱਚ ਇੱਕ ਟੂਲ ਆ ਗਿਆ ਕਿ ਜਿਹਨੂੰ ਮਰਜ਼ੀ ਇਹਦੇ ਵਿੱਚ ਗੇੜਾ ਦੇ ਕੇ ਫਸਾ ਦੇਣ। ਜਿਹੜਾ ਵੀ ਚੂੰ ਵੀ ਕਰੂਗਾ ਨਾ ਉੱਥੇ ਰੌਲਾ ਪਾਊਗਾ। ਹੁਣ ਫੇਰ ਟਕਰਾਅ ਵਾਲਾ ਤਾਂ ਮੌਸਮ ਆ ਗਿਆ ਨਾ, ਯਾਨੀ ਕਿ ਇੱਕ ਕਲੇਸ਼ ਛੇੜ ਦਿੱਤਾ। ਉਹ 37 ਲੀਡਰ ਜਿਹੜੇ ਕਮਾਂਡਰ ਸੀ, ਉਹ ਕਮਾਂਡਰਾਂ ਨੂੰ ਇੱਕ ਹਜੇ ਗਧੀ ਗੇੜ ਦੇ ਵਿੱਚ ਫਸਾਤਾ ਇਹਨਾਂ ਨੇ। ਇਹ ਅਸੀਂ ਮੂਰਖੀ ਕਵਾਂਗੇ ਇਹਨਾਂ ਨੂੰ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੋਈ। ਤੇ ਖਾਲਸਾ ਜੀ, ਅਸੀਂ ਫੇਰ ਉਸ ਪੱਖ ਵੱਲ ਆ ਜਾਈਏ। ਨਿਸ਼ਾਨ ਸਾਹਿਬ ਫਹਿਰਾਉਣਾ, ਉਹਦੇ ਕੋਈ ਰੂਲਸ ਹੁੰਦੇ ਨੇ, ਕੋਈ ਅਸੂਲ ਹੁੰਦੇ ਨੇ, ਅਰਦਾਸ ਕੀਤੀ ਜਾਂਦੀ ਹੈ, ਸਿਸਟਮ ਕੀਤੀ ਜਾਂਦੀ ਹੈ। ਇਹ ਨਹੀਂ ਕਿ ਤੁਸੀਂ ਝੰਡਾ ਲਓ ਤੇ ਉੱਤੇ ਚੜ੍ਹ ਕੇ ਜਿੱਥੇ ਮਰਜ਼ੀ ਟੰਗ ਦਿਓ। ਕੀ ਕਹਿਣਾ ਤੁਹਾਡਾ ਇਹਦੇ ਬਾਰੇ, ਧਾਰਮਿਕ ਪੱਖ ਬਾਰੇ ਜਰਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ। ਨਹੀਂ, ਬਿਲਕੁਲ ਜੀ, ਇਹ ਕੋਈ ਆਮ ਕੋਈ ਚੀਜ਼ ਨਹੀਂ ਹੈ ਜਿਹਨੂੰ ਕਿ ਹਰ ਬੰਦਾ ਜਣਾ ਖਣਾ ਫੜ ਕੇ ਤੇ ਬਿਨਾਂ ਇਹਦੀ ਅਦਬ ਤੋਂ ਬਿਨਾਂ ਇਹਦਾ ਐਸਾ ਐਡਾ ਵੱਡਾ ਕੋਈ ਕਾਰਾ ਕਰ ਜਾਏ ਕਿ ਉਹਨੂੰ ਲਾ ਦੇ ਜੀ। ਇਹ ਚੀਜ਼ ਇੰਪੋਸੀਬਲ ਹੈ, ਔਰ ਖਾਸ ਤੌਰ ਤੇ ਇਹਨੂੰ ਫੌਜਾਂ ਹੀ ਲਾਉਂਦੀਆਂ ਨੇ, ਇਹਨੂੰ ਆਮ ਬੰਦਾ ਨਹੀਂ ਲਾ ਸਕਦਾ ਜੀ। ਠੀਕ ਹੈ ਨਾ। ਇਹ ਜਿਹੜੀ ਚੀਜ਼ ਵਰਤੀ ਗਈ ਹੈ, ਮੈਂ ਇਹ ਆਪ ਜੀ ਨਾਲ ਸ਼ਾਇਦ ਪਹਿਲਾਂ ਵੀ ਮੇਰੀ ਗੱਲ ਹੋਈ ਸੀ ਇੱਕ ਵਾਰੀ, ਇਹ ਇੱਕ ਬਹੁਤ ਵੱਡੀ ਮੂਰਖਤਾ ਹੈ। ਇਹ ਇੱਕ ਤਰੀਕੇ ਦਾ ਚੀਜ਼ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜਾ ਇਹ ਸੰਘਰਸ਼ ਹੈ, ਇਹਨੂੰ ਇੱਕ ਬਹੁਤ ਵੱਡਾ ਮੋੜ ਦੇ ਦਿੱਤਾ ਗਿਆ ਹੈ, ਕੋਸ਼ਿਸ਼ ਪੂਰੀ ਕੀਤੀ ਗਈ, ਇੱਕ ਸਾਜ਼ਿਸ਼ ਪੂਰੀ ਨਜ਼ਰ ਆ ਰਹੀ ਹੈ ਇਹਦੇ ਵਿੱਚ। ਹਾਂਜੀ, ਇਹੀ ਚੀਜ਼ ਮੈਨੂੰ ਯਾਦ ਹੈ ਕਿ ਬੰਦਾ ਸਿੰਘ ਬਹਾਦਰ ਜਦੋਂ ਜੰਗ ਹੋਈ ਸੀ ਚੱਪੜ ਚਿੜੀ ਦੀ, ਉਸ ਵੇਲੇ ਵੀ ਮੁਗਲਾਂ ਦੇ ਨਾਲ ਵਜੀਦ ਖਾਨ ਉੱਥੇ ਲੜਿਆ ਸੀ ਜੀ। ਉਦੋਂ ਵੀ ਇਹ ਗੱਲ ਹੋਈ ਸੀ। ਉਦੋਂ ਕੀ ਹੋਇਆ ਸੀਗਾ ਵੀ ਜਦੋਂ ਇਹਨਾਂ ਕੀ ਕੀਤਾ, ਮੁਗਲਾਂ ਨੇ ਆਪਣੇ ਬੰਦੇ ਨਿਹੰਗ ਸਿੰਘ ਦਾ ਨਿਹੰਗ ਡਰੈਸ ਪਾ ਕੇ ਵਿੱਚ ਪਾਏ ਸਨ, ਬਾਅਦ ਰੌਲਾ ਪਾਤਾ ਸੀ ਵੀ ਉਹ ਭੱਜ ਲਓ, ਲੇਕਿਨ ਉਹ ਅਸੀਂ ਸਚੇਤ ਰਹੇ ਉੱਥੇ ਔਰ ਨਹੀਂ ਭੱਜੇ ਔਰ ਜੰਗ ਜਿੱਤੀ। ਇਹ ਬਹੁਤ ਵੱਡੀ ਇੱਕ ਮੈਨੂੰ ਇਤਿਹਾਸਿਕ ਗੱਲ ਯਾਦ ਆ ਗਈ ਹੈ। ਇਹੀ ਚੀਜ਼ ਹੁਣ ਕੀਤੀ ਗਈ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ ਅਗਰ ਜੇ ਕਿਤੇ ਉੱਥੇ ਕੋਈ ਕਿਸਾਨੀ ਝੰਡਾ ਲਾ ਦਿੱਤਾ ਜਾਂਦਾ, ਦੇਖੋ ਫਿਰ ਕੀ ਹਾਲਾਤ ਬਣਦੇ ਜੀ। ਤਾਂ ਇਹਦੇ ਵਿੱਚ ਮੈਂ ਸਮਝਾਂਗਾ ਵੀ ਜਿਹੜਾ ਜਿਹਨੇ ਵੱਡਾ ਕੰਮ ਕੀਤਾ, ਉਸ ਤੋਂ ਵੱਡੀ ਮੂਰਖਤਾ ਇਹ ਕਰ ਗਿਆ ਕਿ ਨਿਸ਼ਾਨ ਸਾਹਿਬ ਲਾਤਾ ਉਹਨੇ।
ਉੱਥੇ ਕੋਈ ਕਿਸਾਨੀ ਝੰਡਾ ਲਾ ਦਿੱਤਾ ਜਾਂਦਾ, ਜੀ। ਦੇਖੋ ਫਿਰ ਕੀ ਹਾਲਾਤ ਬਣਦੇ ਜੀ। ਤੋਂ ਇਹਦੇ ਵਿੱਚ ਮੈਂ ਸਮਝਾਂਗਾ ਵੀ ਜਿਹੜਾ ਇੱਕ ਜਿਹਨੇ ਇੱਕ ਵੱਡਾ ਕੰਮ ਕੀਤਾ, ਉਸ ਤੋਂ ਵੱਡੀ ਮੂਰਖਤਾ ਇਹ ਕਰ ਗਿਆ ਕਿ ਤੇ ਨਿਸ਼ਾਨ ਸਾਹਿਬ ਲਾਤਾ ਉਹਨੇ, ਇਹ ਚੀਜ਼ ਉਹਨੂੰ ਨਹੀਂ ਲਾਣੀ ਚਾਹੀਦੀ ਸੀ। ਦੇਖੋ ਵੱਡਾ ਸਵਾਲ ਇਸ ਵੇਲੇ ਜੋ ਜਨਤਾ ਪੁੱਛ ਰਹੀ ਹੈ, ਜਿਹੜਾ ਹਿੰਦੁਸਤਾਨ ਦੇ ਲੋਕ ਪੁੱਛ ਰਹੇ ਨੇ ਕਿ ਕੀ ਇਹ ਸੰਘਰਸ਼ ਸਿੱਖ ਸੰਘਰਸ਼ ਸੀ? ਕਿਉਂਕਿ ਸਰਕਾਰ ਤਾਂ ਪਹਿਲਾਂ ਹੀ ਜਿਹੜੀਆਂ ਏਜੰਸੀਆਂ ਨੇ ਜਾਂ ਦੂਜੀਆਂ ਕਹਿ ਰਹੇ ਨੇ ਕਿ ਖਾਲਿਸਤਾਨੀ ਬੰਦੇ ਇਹਦੇ ਵਿੱਚ ਸ਼ਾਮਲ ਹੋ ਗਏ। ਕੀ ਸਵਾਲ ਵੱਡਾ ਇਹ ਹੈ ਕਿ ਜੇ ਝੰਡਾ ਫਹਿਰਾਉਣਾ ਸੀ ਤਾਂ ਤੁਸੀਂ ਉੱਥੇ ਈਸਾਈਆਂ ਦਾ ਝੰਡਾ ਵੀ ਫਹਿਰਾ ਸਕਦੇ ਸੀ। ਜੇ ਧਾਰਮਿਕ ਇਹ ਅੰਦੋਲਨ ਸੀ, ਤੁਸੀਂ ਉੱਥੇ ਭਗਵੇਂ ਝੰਡੇ ਵੀ ਫਹਿਰਾ ਸਕਦੇ ਸੀ। ਤੁਸੀਂ ਹੋਰ ਉੱਥੇ ਹਰੇ ਝੰਡੇ ਵੀ ਮੁਸਲਿਮ ਭਾਈਚਾਰੇ ਦੇ ਫਹਿਰਾ ਸਕਦੇ ਸੀ, ਕਿਉਂਕਿ ਤੁਹਾਡੇ ਨਾਲ ਤਾਂ ਸਾਰੇ ਸ਼ਾਮਲ ਸੀ। ਔਰ ਜਿਹੜਾ ਕਿਸਾਨੀ ਸੰਘਰਸ਼ ਸੀ ਇਹ ਕੋਈ ਧਾਰਮਿਕ ਸੰਘਰਸ਼ ਨਹੀਂ ਸੀ। ਇਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼ ਜਨਤਕ ਸੰਘਰਸ਼ ਸੀਗਾ। ਔਰ ਤੁਸੀਂ ਇਹ ਦੇਖੋ ਜਿਹੜਾ ਇਹ ਰੂਟ ਪਲਾਨ ਸੀ, ਇਹਦੇ ਵਿੱਚ ਤਾਂ ਲਾਲ ਕਿਲ੍ਹਾ ਆਉਂਦਾ ਹੀ ਨਹੀਂ ਸੀ। ਇਹ ਲਾਲ ਕਿਲ੍ਹਾ ਤੱਕ ਕਿਵੇਂ ਪਹੁੰਚੇ, ਇਹ ਵੀ ਬਹੁਤ ਵੱਡੀ ਸਾਜ਼ਿਸ਼ ਹੈ। ਇਹਨੂੰ ਜਿਹੜਾ ਅਸਲ ਰੂਟ ਸੀ ਜਿਹਦੇ ਤੇ ਟਰੈਕਟਰਾਂ ਜਾਣਾ ਸੀ, ਲੋਕਾਂ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਹੋਣਾ ਸੀਗਾ, ਉਹਨੂੰ ਵੀ ਬੜੇ ਤਰੀਕੇ ਨਾਲ, ਜਿਹਦੇ ਵਿੱਚ ਇਹਨਾਂ ਨੇ ਜਿਹੜੇ ਲੂਪ ਹੋਲ ਸਨ, ਜਿਹੜੇ ਚਾਹੁੰਦੇ ਸਨ ਅਸੀਂ ਰਲੀਏ ਵਿੱਚ, ਜਿਵੇਂ ਆਪਾਂ ਸਿੱਧੂ ਦੀ ਗੱਲ ਕਰਦੇ ਆ ਨਾ, ਤੇ ਇਹਦੀ ਆਪਣਾ ਗੱਲ ਕਰਦੇ ਆ ਆਪਾਂ ਲੱਖੇ ਸਿਧਾਣੇ ਦੀ ਗੱਲ ਕਰ, ਚਲੋ ਇਹ ਤਾਂ ਮੌਕੇ ਸਿਰ ਪਹੁੰਚਿਆ ਨਹੀਂ, ਰੱਬ ਜਾਣੇ ਕਿੱਥੇ ਰਹਿ ਗਿਆ ਸੀਗਾ। ਸੋ ਉਹਨੇ ਮੌਕਾ ਸਾਂਭਿਆ, ਔਰ ਉਹ ਇੱਕ ਵੀਕ ਪੁਆਇੰਟ ਸੀਗਾ ਜਿਹਨੂੰ ਜਿਹੜਾ ਦੂਜੀ ਧਿਰ ਨੇ ਫੜ ਕੇ ਤੇਰਾ ਇਸਤੇਮਾਲ ਕੀਤਾ। ਤੇ ਦੇਖੋ ਲਾਲ ਕਿਲ੍ਹਾ ਤਾਂ ਹੈ ਹੀ ਨਹੀਂ ਸੀ ਰੂਟ ਦੇ ਵਿੱਚ ਬਿਲਕੁਲ ਵੀ। ਜੀ। ਸਰਦਾਰ ਨਾਰ ਸਿੰਘ ਜੀ, ਅਸੀਂ ਇੱਕ ਤਕਨੀਕੀ ਜਾਣਕਾਰੀ ਤੁਹਾਡੇ ਤੋਂ ਲੈਣੀ ਚਾਹੁੰਦੇ ਹਾਂ। ਬੀਇੰਗ ਐਕਸ ਪੁਲਿਸ ਆਫੀਸਰ, ਡਿਸਟ੍ਰਿਕਟ ਸੁਪਰਡੈਂਟ ਪੁਲਿਸ ਵੀ ਰਹੇ ਹੋ ਤੁਸੀਂ ਕਮਾਂਡਿੰਗ ਡੈਜਿਗਨੇਸ਼ਨ ਦੇ ਉੱਤੇ ਬਤੌਰ SHO ਵੀ ਕੰਮ ਕੀਤਾ ਹੈ। ਕ੍ਰਾਈਮ ਦੇ ਨਾਲ ਤੁਹਾਡਾ ਵਾਹ ਵਾਸਤਾ ਰਿਹਾ, ਜੁਰਮ ਬਾਰੇ ਤੁਹਾਨੂੰ ਪਤਾ ਹੈ, FIR ਬਾਰੇ ਪਤਾ ਤੁਹਾਨੂੰ, ਇਨਵੈਸਟੀਗੇਸ਼ਨ ਬਾਰੇ ਪਤਾ ਹੈ, ਅਰੈਸਟ FIR ਅਰੈਸਟ ਬੇਲ ਬਾਰੇ ਪਤਾ ਹੈ। ਅਸੀਂ ਇਹਦੇ ਕਾਨੂੰਨੀ ਪਹਿਲੂ ਬਾਰੇ ਜਾਣਕਾਰੀ ਲੈਣੀ ਚਾਹਾਂਗੇ ਕਿ ਧਾਰਾ ਲੱਗੀ ਹੈ 353, ਸਰਕਾਰੀ ਕਰਮਚਾਰੀ ਨੂੰ ਹਰਟ ਕਰਨਾ, ਜ਼ਖਮੀ ਕਰਨਾ, ਉਹਦੀ ਡਿਊਟੀ ਦੇ ਵਿੱਚ ਵਿਘਨ ਪਾਉਣਾ। 395 ਲੱਗੀ ਹੈ, 397 ਲੱਗੀ ਹੈ, 120 ਵੀ ਲੱਗੀ ਹੈ, 307 ਸੰਗੀਨ। ਦੇਖੋ ਕਾਨੂੰਨ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਕਿ 307 302 ਨਾਲੋਂ ਵੱਧ ਖਤਰਨਾਕ ਹੈ, ਕਿਉਂਕਿ ਸਜ਼ਾ ਉਨੀ ਹੋਈ ਹੈ ਤੇ ਗਵਾਹੀ ਜਿਹੜੀ ਹੈ ਉਹ ਜਿਹਦੇ ਨਾਲ ਵਾਪਰੀ ਹੁੰਦੀ ਹੈ ਜਿਉਂਦਾ ਹੁੰਦਾ ਉਸ ਵੇਲੇ। ਸੋ ਇਸ ਕਰਕੇ 147 ਹੈ। ਤੋਂ ਇਹ ਜਿਹੜੀਆਂ ਧਾਰਾਵਾਂ ਲੱਗੀਆਂ ਨੇ, ਇਹਦਾ ਅੱਗੇ ਨੂੰ ਕੀ ਰਿਜ਼ਲਟ ਨਿਕਲ ਸਕਦਾ? ਦੇਖੋ, ਇੱਕ ਤਾਂ ਮੈਂ ਪਹਿਲਾਂ ਜਿਹੜਾ ਤੁਸੀਂ ਇਹ ਕਹਿ ਰਹੇ ਸੀ, ਆਪਾਂ ਝੰਡਾ ਲਹਿਰਾਉਣ ਵਾਲੀ ਗੱਲ ਕਰੀਏ, ਜੇ ਆਪਾਂ ਕਹੀਏ ਵੀ ਰੂਟ ਵੀ ਹੈ ਨਹੀਂ ਸੀ। ਪਹਿਲੀ ਗੱਲ ਮੈਂ ਜਿਹੜੀ ਨਿੱਜੀ ਤੌਰ ਤੇ ਇੱਕ ਕਹੂੰਗਾ ਕਿ ਜਿਹੜੀ ਇਹ ਲਾਲ ਕਿਲੇ ਤੇ ਭਾਵੇਂ ਉਹ ਕੋਈ ਵੀ ਝੰਡਾ ਸੀ, ਲਹਿਰਾਉਣਾ ਹੀ ਚੰਗੀ ਗੱਲ ਨਹੀਂ ਸੀ, ਉੱਥੇ ਜਾਣਾ ਹੀ ਚੰਗੀ ਗੱਲ ਨਹੀਂ ਹੈ। ਪਰ ਜੇ ਖਾਲਸੇ ਦਾ ਝੰਡਾ ਲਹਿਰਾ ਵੀ ਦਿੱਤਾ ਸੀ ਤਾਂ ਆਪਾਂ ਇਸ ਪੱਖ 'ਚ ਨਾ ਜਾਈਏ ਕਿ ਵੀ ਇਹ ਖਾਲਸੇ ਦਾ ਝੰਡਾ ਲਹਿਰਾਇਆ ਗਿਆ ਜਾਂ ਈਸਾਈਆਂ ਦਾ ਲਹਿਰਾ ਦੇਣਾ ਸੀ, ਆਪਾਂ ਉਹਦੇ 'ਚ ਨਾ ਜਾਈਏ। ਇਹ ਤਾਂ ਲੈ ਕੇ ਹੀ ਜਾਣਾ ਵਧੀਆ ਗੱਲ ਨਹੀਂ ਸੀ। ਵਾਜਬ ਸਵਾਲ ਬਣਦਾ ਜੀ, ਵਾਜਬ ਸਵਾਲ। ਲੋਕ ਪੁੱਛ ਰਹੇ ਨੇ, ਗੱਲ ਇਹਨਾਂ ਤੋਂ ਪੁੱਛ ਰਹੇ ਨੇ, ਇਹ ਕਿਸਾਨਾਂ ਤੋਂ ਨਹੀਂ। ਮੈਂ ਵੀ ਕਿਸਾਨਾਂ ਦਾ ਇਹਦੇ ਵਿੱਚ ਕੋਈ ਫਾਲਟ ਨਹੀਂ। ਉਹੀ ਗੱਲ ਕਹਿ ਰਿਹਾ ਵੀ ਜਦੋਂ ਇਹਨਾਂ ਤੋਂ ਇਹ ਜਿਹੜਾ ਹਾਈਜੈਕ ਕਰਕੇ ਲੈ ਗਏ ਸੀ ਕਿਸਾਨਾਂ ਦਾ, ਇਹਦੇ ਵਿੱਚ ਮੈਂ ਸਮਝਦਾ ਵੀ ਕੋਈ ਦੋਸ਼ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਸੰਗੀਨ ਧਾਰਾਵਾਂ ਦੀ ਗੱਲ ਕਰੀ ਹੈ, 307 ਵਗੈਰਾ ਦੀ ਗੱਲ ਕਰੀ ਹੈ, ਮੈਂ ਤਾਂ ਇੱਕੋ ਹੀ ਗੱਲ ਕਹੂੰਗਾ, ਜੇ ਸਰਕਾਰ ਦੀ ਨੀਤ ਸਾਫ਼ ਨਹੀਂ ਹੈ, BJP ਸਰਕਾਰ ਦੀ ਨੀਤ ਸਾਫ਼ ਨਹੀਂ ਹੈ, ਤਾਂ ਜੇ ਇੱਕ ਮੈਂ ਐਜ ਏ ਪੁਲਿਸ ਅਫਸਰ ਦੀ ਮੈਂ ਗੱਲ ਕਹਾਂ, ਜੇ ਕਿਤੇ ਛੋਟੀਆਂ ਧਾਰਾਵਾਂ ਜਿਹੜੀਆਂ ਜ਼ਮਾਨਤਯੋਗ ਹੁੰਦੀਆਂ ਨੇ, ਜੇ ਕਿਸੇ ਨੇ ਉਹ ਜੁਰਮ ਕਰਿਆ ਹੋਵੇ, ਘੈਂਟ SHO ਜਿਹੜਾ ਲੱਗਾ ਹੋਇਆ, ਜੇ ਉਹਨੇ ਥਾਣੇ 'ਚ ਹਵਾਲਾਤ ਦੇ ਵਿੱਚ ਕਿਸੇ ਮੁਲਜ਼ਮ ਨੂੰ ਰਾਤ ਕਟਾਉਣੀ ਹੈ ਤਾਂ ਉਹਨੂੰ 751 ਦੇ ਵਿੱਚ ਵੀ ਰਾਤ ਕਟਾ ਸਕਦਾ ਹੈ। ਇਸ ਕਰਕੇ ਮੈਂ ਇਹ ਕਹਿਣਾ ਵੀ ਜੇ ਸਰਕਾਰ ਨੇ ਤਾਂ ਜਿਹੜਾ ਕੁਝ ਕਰਨਾ, ਮੈਂ ਦਿੱਲੀ ਪੁਲਿਸ ਦੇ ਜਿਹੜੇ ਚੰਗੇ ਸਿਆਣੇ ਸੁਲਝੇ ਹੋਏ ਸਾਰੇ ਆਪਾਂ ਕੰਟਰੀ ਦੇ ਵਿੱਚੋਂ IPS ਅਫਸਰ ਜਾਂ ਜਿਹੜੇ IO ਆਉਂਦੇ ਨੇ, ਵਧੀਆ ਪੁਲਿਸ ਅਫਸਰ ਨੇ, ਆਪਣੀ ਜ਼ਮੀਰ ਨੂੰ ਜਗਾ ਕੇ ਜਿਹੜੇ ਬੰਦੇ ਨੇ ਉੱਥੇ ਜੁਰਮ ਕਰਿਆ ਉਹ ਬਚਣਾ ਨਹੀਂ ਚਾਹੀਦਾ। ਤੇ ਜਿਹੜੀ ਆਪਾਂ 120B ਦੇ ਵਿੱਚ ਜਾਂ ਜਿਹੜੀ ਤੁਸੀਂ ਪਹਿਲਾਂ ਕਹਿ ਕੇ ਗਏ ਸੀ ਵੀ ਜਿਮਨੀਆਂ ਦੇ ਵਿੱਚ ਕਰ ਲਾਂ, ਤਾਂ ਜਿਮਨੀਆਂ ਦੇ ਵਿੱਚ ਤਾਂ ਕਈ ਵਾਰੀ ਆਪਣੇ ਆਪ ਵੀ ਪੁਲਿਸ ਜਿਮਨੀਆਂ ਲਿਖ ਲਾਂਦੀ ਹੁੰਦੀ ਹੈ। ਨੰਬਰ 2 ਤੇ ਇੱਕ ਕੋਈ ਵੀ ਮੁਲਜ਼ਮ ਆਪਣੇ ਆਪ ਨੂੰ ਕਿਸੇ ਹੋਰ ਨੂੰ ਫਸਾਉਣ ਵਾਸਤੇ ਉਹਦਾ ਨਾਂ ਲੈ ਸਕਦਾ, ਪਰ ਸੱਚੀ
ਇਹਦੀ ਇਨਵੈਸਟੀਗੇਸ਼ਨ ਕਰਕੇ ਮੈਂ ਦੁਬਾਰਾ ਫੇਰ ਕਹੂੰ ਜਿਹੜਿਆਂ ਨੇ ਇਹੋ ਜਿਹਾ ਜੁਰਮ ਕਰਿਆ ਤੇ ਉਹਨਾਂ ਨੂੰ ਜ਼ਰੂਰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ। ਬਿਲਕੁਲ, ਪਰ ਬਿਲਕੁਲ। ਗੈਰ ਜਿਹੜੇ ਜੁਰਮ ਵਾਲੇ ਆ, ਜੇ ਸੱਚੀ ਗੱਲ ਦੀ ਗੱਲ ਕਰਦੇ ਹੋ ਫਿਰ ਤਾਂ ਡੀਐਸਪੀ ਸਾਹਿਬ ਇਹ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਗਏ ਨੇ ਇਹ ਵੀ ਨਹੀਂ ਹੋਣੇ ਚਾਹੀਦੇ ਸਨ। ਸੱਚੀ ਗੱਲ ਦੀ ਆਪਾਂ ਗੱਲ ਕਰਦੇ ਹਾਂ ਜੀ। ਐਮਐਸਪੀ ਜੋ ਹੱਕ ਬਣਦਾ ਜੋ ਮੂੰਹੋਂ ਕਹਿੰਦੇ ਸੋ ਨੇ ਮਾਮਲਾ- ਉਹਦਾ ਵੀ ਨਾ ਆਉਟਪੁੱਟ ਕਰਦੇ ਹੈਗੇ, ਮਾਮਲਾ- ਸੱਚਾ ਕੰਮ ਨਹੀਂ ਕਰਨਗੇ। ਜੀ ਬਿਲਕੁਲ ਖਾਲਸਾ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਕਿਹਾ ਕਿ ਉਹਨਾਂ ਨੇ ਹੁਣ ਚੁਣ ਕੇ ਉਹ ਬੰਦੇ ਕੱਢਨੇ ਨੇ ਜਿਹੜੇ ਬਾਅਦ ਚੋਂ ਵੀ ਨਹੀਂ ਕਰ ਸਕਦੇ। ਦੇਖੋ ਜੀ ਸਰਨਾਰ ਸਿੰਘ ਜੀ, ਜੋ ਤੁਹਾਡੀ ਗੱਲ ਕਾਨੂੰਨੀ ਤੌਰ ਠੀਕ ਹੈ। ਤੇ ਸਕੰਜੇ ਚ ਆਉਣੇ ਨੇ ਜਿਹੜੇ। ਬਤੌਰ ਪੁਲਿਸ ਅਫਸਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਸਾਡਾ ਐਵੀਡੈਂਸ ਐਕਟ ਇਸ ਤਰ੍ਹਾਂ ਦਾ ਹੈ ਕਿ ਇੱਕ ਇਨਵੈਸਟੀਗੇਸ਼ਨ ਅਫਸਰ ਹੈ, ਉਹ ਸਾਰੇ ਬਿਆਨ ਜਿਹੜੇ ਨੇ ਆਪੇ ਲਿਖਦਾ ਥਾਣੇ 'ਚ ਬੈਠ ਕੇ। ਸਪੋਜ਼ ਕਰੋ ਕਿਸੇ ਨੂੰ ਸ਼ਰਾਬ ਦੇ ਮੁਕੱਦਮੇ ਵਿੱਚ ਢੰਗਤਾ, ਬਿਆਨ ਸਾਰਿਆਂ ਦੇ ਆਪੇ ਲਿਖਦੇ। ਕਈ ਵਾਰ ਤਾਂ ਜਦੋਂ ਗਵਾਹ ਨੂੰ ਸੰਮਣ ਜਾਂਦੇ ਨੇ ਨਾ, ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰਾ ਨਾਂ ਜੀ ਵੀ ਮੈਂ ਬਤੌਰ ਗਵਾਹ ਰੱਖਿਆ ਗਿਆ, ਉਹ ਉੱਥੇ ਜਾ ਕੇ ਪਤਾ ਰੱਖਦਾ ਹੈ। ਇਹ ਵੀ ਅਸੀਂ ਕਹਿ ਸਕਦੇ ਕਿ ਐਵੀਡੈਂਸ ਐਕਟ ਦੇ ਵਿੱਚ ਜੇ ਤਰਮੀਮ ਹੋ ਜਾਵੇ, ਇਹ ਬਾਅਦ ਵੀ ਦੀਆਂ ਗੱਲਾਂ ਨੇ, ਕਾਨੂੰਨੀ ਪਹਿਲੂ ਨੇ ਜਿਹੜੇ, ਹੈਨਾ, ਮਤਲਬ ਜਿਮਨੀਆਂ ਜਿਸ ਨੂੰ ਕਹਿੰਦੇ ਉਹ ਤਾਂ ਆਪੇ ਲਿਖਣੀਆਂ ਹੁੰਦੀਆਂ ਨੇ ਕਿ ਜੀ ਮੈਂ ਫਲਾਣੇ ਨੇ ਆ ਮੈਨੂੰ ਬਿਆਨ ਦਾ ਜ਼ਿਕਰ ਹੈ ਤੇ ਉਹਨੂੰ ਉਸ ਵੇਲੇ ਇਹ ਦੱਸਿਆ, ਤਾਂ ਉੱਥੇ ਆਈਓ ਦੀ ਹੀ ਮੰਨੀ ਜਾਵੇਗੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਇਹ ਸਾਰੇ ਪੁਲਿਸ ਅਫਸਰ ਇਹੋ ਜਿਹੇ ਨਹੀਂ ਹੁੰਦੇ ਆ। ਜਿਹੜੀ ਤੁਸੀਂ ਸ਼ਰਾਬ ਵਾਲੀ ਗੱਲ ਕਰੀ ਆ, ਉਹ ਕੁਝ 1-2% ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ। ਉਹ ਬਦਨਾਮੀ ਫਿਰ ਸਾਰਿਆਂ ਦੀ ਨਹੀਂ ਗੱਲ ਕਰ ਰਹੇ, ਸਾਰਿਆਂ ਦੀ ਨਹੀਂ ਗੱਲ ਕਰ ਰਹੇ, ਪਰ ਐਕਟ ਹੈ ਜਿਹੜਾ ਨਾ, ਐਵੀਡੈਂਸ ਐਕਟ ਹੈ ਜਿਹੜਾ, ਇਹਦੇ ਮੈਂ ਇੱਕ ਪ੍ਰੋਸੈਸ ਦੀ ਗੱਲ ਕਰ ਰਿਹਾ। ਹਾਂ ਹੈਗੇ ਜੀ, ਕੁਝ % ਹੈਗੇ ਆ, ਇਹ ਹੋਣਾ ਚਾਹੀਦਾ ਹੈ ਇਹਦੇ ਵਿੱਚ। ਹੁਣ ਤੁਸੀਂ ਵੇਖੋ ਕਿ 37 ਲੀਡਰਾਂ ਤੇ ਜਿਨ੍ਹਾਂ ਦੇ ਵਿਚਾਰਿਆਂ ਤੇ FIR ਦਰਜ ਹੋ ਗਈ, ਜਿਹਦੇ ਵਿੱਚ ਰਾਕੇਸ਼ ਟਿਕੈਤ ਦੇ ਨਾਲ ਜੋਗਿੰਦਰ ਯਾਦਵ ਵੀ ਨੇ ਤੇ ਰਜਿੰਦਰ ਸਿੰਘ, ਬਲਵੀਰ ਸਿੰਘ ਗਾਜੇਵਾਲ, ਆਪਣੇ ਰਾਜੇਵਾਲ ਤੇ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ ਵਰਗੇ ਜਿਹੜੇ ਕਰੀਮ ਲੀਡਰ ਨੇ, ਜਿਹੜੇ ਦਿਸ਼ਾ ਤੇ ਦਸ਼ਾ ਨਿਰਧਾਰਿਤ ਕਰਦੇ ਨੇ ਕਿਸਾਨਾਂ ਦੇ ਸੰਘਰਸ਼ ਦੀ। ਉਹ ਬੰਦਿਆਂ ਨੂੰ ਇੱਕ ਬੇਲੋੜੇ ਅਜਿਹੇ ਕੰਮ ਦੇ ਵਿੱਚ ਫਸਾ ਕੇ ਸਰਕਾਰ ਦੇ ਹੱਥ ਵਿੱਚ ਇਹਨਾਂ ਵਿਅਕਤੀਆਂ ਨੇ ਟੂਲ ਫੜਾਤਾ ਕਿ ਜਦੋਂ ਕਿਸੇ ਨੇ ਚੂੰ ਵੀ ਕੀਤੀ ਤਾਂ ਉਹਨੂੰ ਉਧਰ ਨੂੰ ਤੋੜ ਲਓ। ਕੀ ਖਿਆਲ ਹੈ? ਬਿਲਕੁਲ ਜੀ, ਇਹ ਤਾਂ ਦੇਖੋ ਸਰਕਾਰ ਦੇ ਹੱਥ ਦੇ ਵਿੱਚ, ਜੇ ਸਰਕਾਰ ਦੀ ਨੀਤ ਸਾਫ਼ ਹੁੰਦੀ ਜੀ ਤਾਂ ਇੱਥੇ ਤੱਕ ਗੱਲ ਜਾਣੀ ਨਹੀਂ ਸੀ। ਜੀ। ਜਦੋਂ ਇਹਨਾਂ ਨੇ ਉਧਰੋਂ ਲਾਕਡਾਊਨ ਲੱਗਿਆ ਹੋਇਆ, COVID-19 ਦਾ ਚੱਲ ਰਿਹਾ, ਇਹਨਾਂ ਨੇ ਜਾ ਕੇ ਆਪਣਾ 3 ਕਾਨੂੰਨ ਲੈ ਆਂਦੇ। ਹਾਲਾਂਕਿ ਇੰਨੀ ਕੁ ਲਿਆਉਣ ਦੀ ਪਹਿਲਾਂ ਕੀ ਜ਼ਰੂਰਤ ਸੀ? ਜੇ ਇਹਨਾਂ ਦੀ ਨੀਤ ਸਾਫ਼ ਹੁੰਦੀ ਤਾਂ ਇਹ ਨਾ ਕੁਝ ਕਰਦੇ। ਆਪਾਂ ਜੇ ਕਹਿ ਦਈਏ ਵੀ ਜੇ ਇਸ ਤੋਂ ਮੈਂ ਸਿਆਸੀ ਤੌਰ ਤੇ ਇੱਕ ਗੱਲ ਕਹੂੰਗਾ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਨੇ ਜੂਨ ਦੇ ਵਿੱਚ ਜਦੋਂ ਇਹ ਆ ਗਏ ਸੀ, ਸੈਂਟਰ ਨੂੰ ਚਿੱਠੀ ਲਿਖੀ ਸੀ ਇੱਕ, ਵੀ ਇਹ ਕਾਲੇ ਕਾਨੂੰਨ ਨੇ ਜਿਹੜੇ ਇਹਨਾਂ ਨੂੰ ਰੱਦ ਕਰ ਦਿਓ। ਪਰ ਇਹ ਰੱਦ ਉਹਦੀ ਸੁਣੀ ਹੋਈ ਨਹੀਂ ਗਈ ਹੈ। ਉਹ ਚਿੱਠੀ ਨੂੰ ਪਤਾ ਨਹੀਂ ਕਿੱਥੇ ਸਿੱਟਤਾ। ਦੂਜੀ ਗੱਲ ਜੇ ਮੈਂ ਇੱਕ ਹੋਰ ਕਹਾਂ ਕਿ ਜਿੱਦਣ ਇਹ ਕਿਸਾਨ ਗਏ ਸੀ 26 ਤਰੀਕ ਨੂੰ ਇੱਥੋਂ ਇਹਨਾਂ ਨੂੰ ਰੋਕਣ ਦਾ ਕਰ ਲਿਆ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ 24-25 ਨਵੰਬਰ ਨੂੰ ਹੀ ਦਿੱਲੀ ਦੇ ਵਿੱਚ ਚਲੇ ਗਏ ਸੀ। ਉਹ ਆਪਣੇ ਵੱਲੋਂ ਰੋਸ ਮਾਰਚ ਕਰਨ ਲੱਗੇ ਸੀ। ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਦੋਂ ਬਾਹਰ ਨਿਕਲੇ, ਉੱਥੇ ਹੀ ਦਿੱਲੀ ਪੁਲਿਸ ਨੇ ਫੜ ਲਿਆ ਸੀ। ਉਹ ਜਿਹੜੀ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਵੀ ਇੰਟੈਲੀਜੈਂਸੀ ਹੁੰਦੀ ਹੈ, ਜੇ ਇੰਟੈਲੀਜੈਂਸੀ ਇਹ ਵੀ ਪਤਾ ਵੀ ਪੰਜਾਬ ਦਾ ਲੀਡਰ ਇੱਥੇ ਲੁਕਿਆ ਹੋਇਆ ਤੇ ਉਹਨਾਂ ਨੇ ਆਹ ਕੁਛ ਕਰਨਾ ਤੇ ਇੱਦਾਂ ਹੀ ਕਰਨਾ, ਪਰ ਆ ਵੀ ਤਾਂ ਇਹਨਾਂ ਨੂੰ ਚਾਹੀਦੀ ਸੀ। ਸਰਕਾਰ ਨੂੰ ਇੰਨਾ ਕੁ ਵੀ ਚਾਹੀਦਾ ਸੀ ਕਿ ਲਾਲ ਕਿਲੇ ਦੇ ਵਿੱਚ ਇੰਨੀ ਕੁ ਸਿਕਿਉਰਿਟੀ ਵੀ ਇੰਨੇ ਕੁ ਬੰਦਿਆਂ ਤਾਂ ਰੋਕ ਹੀ ਸਕਦੇ ਸੀ। ਬਾਅਦ ਦੇ ਵਿੱਚ ਵੀ ਤਾਂ ਫਿਰ ਉਹਨਾਂ ਨੇ ਕੱਢੇ ਹੀ ਆ ਕਿਸਾਨਾਂ ਨੂੰ, ਕਿੰਨੇ ਬੰਦੇ ਵੜ ਗਏ। ਜਿਹੜੀ ਅਥਰੂ ਗੈਸ ਤੁਸੀਂ ਉੱਥੇ ਚਲਾ ਰਹੇ ਹੋ ਤੇ ਇੱਥੇ ਚਲਾ ਦਿਓ, ਇੱਥੇ ਚਲਾਉਣੀ ਚਾਹੀਦੀ ਸੀ। ਹੁਣ ਇੱਕ ਤੁਸੀਂ ਇਹ ਵੇਖੋ ਕਿ ਸਿਰਫ ਅਥਰੂ ਗੈਸ ਦੇ ਨਾਲ ਦੇਖੋ ਤਕਰੀਬਨ 50 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਹਾਲੇ ਹੋਰ ਵੀ ਹੋਣਗੀਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਛਾਪਾਮਾਰੀ ਵੀ ਹੋਊਗੀ, ਫੜੇ ਵੀ ਜਾਣਗੇ ਤੇ ਜਿੱਥੇ ਜਿੱਥੇ ਉਹਨਾਂ ਦੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ ਜਿਹੜੇ ਬੰਦੇ ਨੇ, ਜਿੱਥੇ ਉਹਨਾਂ ਦੇ ਬੰਦਿਆਂ ਦੇ ਰਹਿਣ ਦੀਆਂ ਥਾਵਾਂ ਨੇ, ਉੱਥੇ ਪੰਜਾਬ ਵਾਲੇ ਦੂਜੇ ਮੁਲਾਜ਼ਮਾਂ ਨੂੰ ਵੀ ਭੇਜਿਆ ਜਾਊਗਾ, ਮੈਸੇਜ ਪੜਾਏ ਜਾਣਗੇ। ਇਹਦੇ ਆਮ ਹੀ ਹੁੰਦਾ ਜਿਹੜਾ ਕਿ ਜਦੋਂ ਭਜਾਉਣ ਵਾਸਤੇ ਕਿਸੇ ਵੀ ਅੰਦੋਲਨ ਨੂੰ ਉਹਨਾਂ ਇਹ ਤਾਰ ਪਿੰਡੋ ਕਰਨ ਵਾਸਤੇ ਉਹਨਾਂ ਦੇ ਘਰੇ, ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਹੈ, ਮੁਲਾਜ਼ਮ ਭੇਜੇ ਜਾਂਦੇ ਨੇ ਜਿਹੜਾ ਕਿ ਉਹ ਘਰ 'ਚ ਨਾ ਜਾ ਵੜੇ, ਉਹਦੇ ਪਰਿਵਾਰ ਦਾ ਰਹਿਣ ਸਹਿਣ ਜਿਹੜਾ ਆਮ ਰੂਟੀਨ ਨਾਲ ਚੱਲਦਾ ਹੁੰਦਾ ਉਹ ਵੀ ਉਹੋ ਜਿਹਾ ਨਾ ਰਹੇ। ਤੇ ਇੱਕ ਤਜਰਬੇ ਦੀ ਗੱਲ ਹੈ ਕਿ ਜੇ ਕਿਸੇ ਪੁਲਿਸ ਮੁਲਾਜ਼ਮ ਦੇ ਘਰੇ ਵੀ ਵਰਦੀ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਚਲਾ ਜਾਵੇ ਤਾਂ ਉਹਨੂੰ ਫਿਕਰ ਪੈ ਜਾਂਦਾ ਵੀ ਕੀ ਪੰਗਾ ਛਿੜ ਗਿਆ।
ਬਿਲਕੁਲ ਸਹੀ ਹੈ ਕਿਉਂਕਿ ਕੁਰਸੀ ਵਰਦੀ ਦਾ ਕਿਉਂਕਿ ਵਰਦੀ ਦਾ ਜਿਹੜਾ ਇੰਪੈਕਟ ਹੈ, ਵਰਦੀ ਦਾ ਰੋਹ ਵੀ ਇੰਨਾ ਜ਼ਿਆਦਾ ਹੁੰਦਾ ਹੈ, ਤੇ ਤੁਸੀਂ ਤਾਂ ਉਸ ਵਰਦੀ ਨੂੰ ਹੱਥ ਪਾ ਲਿਆ। ਤੁਸੀਂ ਤਾਂ ਉੱਥੇ ਜਾ ਕੇ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਧੱਕੇ ਦਿੱਤੇ, ਉਹਨਾਂ ਦੇ ਉੱਤੇ ਟਰੈਕਟਰ ਚੜਾਉਣ ਦੀ। ਮੈਂ ਫਿਰ ਵੀ ਮੈਂ ਦਿੱਲੀ ਪੁਲਿਸ ਦੇ ਉਹਨਾਂ ਸਾਰੇ ਕਰਮਚਾਰੀਆਂ ਨੂੰ, ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਨੇ ਫਿਰ ਵੀ ਜ਼ਾਬਤੇ ਤੋਂ ਕੰਮ ਲੱਤਾ। ਇਹੀ ਕੰਮ ਹੋਇਆ ਹੁੰਦਾ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੋਣਾ ਸੀਗਾ ਇੱਥੇ। ਹਾਲੇ ਤੱਕ ਲੋਕ ਹੈਨਾ ਦੇਖੋ ਕੱਲੇ ਆਪਾਂ ਉਸ ਦੀ ਗੱਲ ਨਾ ਕਰੀਏ, ਜੇ 2 ਮਹੀਨੇ ਪਹਿਲਾਂ ਦੀ ਹੀ ਗੱਲ ਕਰ ਲਈਏ, ਜਦੋਂ ਕਿਸਾਨ ਜਾਣ ਲੱਗੇ ਸੀ ਸ਼ੰਭੂ ਬਾਰਡਰ ਤੇ ਹੀ ਜਾਣ ਲੱਗੇ ਸੀ, ਕਰਨਾਲ ਦੇ ਵਿੱਚ ਹੋਇਆ ਸੀ, ਉੱਥੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਸੀ, ਉੱਥੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਗਈਆਂ ਸੀ, ਉੱਥੇ ਲਾਠੀ ਚਾਰਜ ਵੀ ਹੋਇਆ ਸੀ। ਪਰ ਉਹ ਜਿਹੜੀ ਆਪਾਂ ਇੱਕ ਵੀਡੀਓ ਦੇਖੀ ਵੀ ਹੈਗੇ ਸੀ, ਇੱਕ ਕਿਸਾਨ ਬਜ਼ੁਰਗ 50-60 ਸਾਲ ਦਾ, ਉਹਨਾਂ ਨਾਲ ਲੰਗਰ ਲੈ ਕੇ ਉਹੀ ਜਿਹੜੇ ਡਾਂਗਾ ਖਾ ਕੇ ਆ ਕੇ ਵੀ ਉਹਨਾਂ ਨੂੰ ਲੰਗਰ ਛਕਾ ਰਿਹਾ ਸੀ। ਇਹ ਤਾਂ ਠੀਕ ਹੈ, ਇਹ ਤਾਂ ਸਾਡੀ ਗ੍ਰੇਟਨੈਸ ਹੈ, ਇਹ ਸਾਡੀ ਅਸੀਂ ਸਾਨੂੰ ਮਾਰਨ ਵਾਲੇ ਨੂੰ ਵੀ ਲੰਗਰ ਛਕਾਉਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਟੈਕਨੀਕਲ ਪੁਆਇੰਟ, ਜਿਹੜੀ ਡਾਕੇ ਦੀ ਸੰਗੀਨ ਧਾਰਾ ਲੱਗੀ ਹੈ ਲਾਲ ਕਿਲੇ ਦੇ ਵਿੱਚ, ਡਾਕਾ ਜਿਹੜਾ ਸਾਡਾ ਮਤਲਬ ਅੱਜ ਦਾ ਅਸੀਂ ਜਿਹੜੇ ਵਿਸ਼ੇ ਦੇ ਚਰਚਾ ਕਰ ਰਹੇ ਹਾਂ, ਇਹ ਧਾਰਾ ਇਸ ਲਈ ਲੱਗੀ ਹੈ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ 150 ਤੋਂ ਵੱਧ ਅਥਰੂ ਗੈਸ ਦੇ ਗੋਲੇ ਕਿਸਾਨ ਖੋਹ ਕੇ ਲੈ ਗਏ। ਕਿਸਾਨ ਨਹੀਂ ਕਹਾਂਗੇ ਅਸੀਂ ਸ਼ਬਦ ਕਿਸਾਨ ਨਹੀਂ ਯੂਜ਼ ਕਰਾਂਗੇ, ਅਸੀਂ ਯੂਜ਼ ਕਰਾਂਗੇ ਹੁੱਲੜਬਾਜ਼। ਕਿ ਹੁੱਲੜਬਾਜ਼ ਹੋ ਸਕਦਾ ਹੈ ਪੁਲਿਸ ਨੇ ਆਪਣੀ FIR ਦੇ ਵਿੱਚ ਕਿਸਾਨ ਸ਼ਬਦ ਲਿਖਿਆ ਹੋਵੇ, ਪਰ ਅਸੀਂ ਇਸ ਨੂੰ ਹੁੱਲੜਬਾਜ਼ ਹੀ ਕਹਾਂਗੇ। ਤੇ ਉਹਨਾਂ ਨੇ 150 ਗੋਲਿਆਂ ਦੇ ਜੁਰਮ ਦੇ ਵਿੱਚ ਫਸਾਇਆ ਕਿਹਨੂੰ? ਰਾਜੇਵਾਲ ਵਰਗਿਆਂ ਨੂੰ ਫਸਾਇਆ, ਕਿਹਨੂੰ? ਟਕੈਤ ਵਰਗਿਆਂ ਨੂੰ ਫਸਾਇਆ, ਕਿਹਨੂੰ? ਜੋਗਿੰਦਰ ਯਾਦਵ ਵਰਗਿਆਂ ਨੂੰ। ਯਾਨੀ ਕਿ ਜਿਨ੍ਹਾਂ ਬੰਦਿਆਂ ਦਾ ਖੋਹ ਦੇ ਨਾਲ ਲੈਣ ਦੇਣ ਵੀ ਨਹੀਂ ਹੋਣਾ, ਜਿਨ੍ਹਾਂ ਨੇ ਅਥਰੂ ਗੈਸ ਨੂੰ ਹੱਥ ਵੀ ਨਹੀਂ ਲਾਇਆ ਹੋਣਾ, ਫਸ ਗਏ ਉਹ। ਇਹਦੇ 'ਚ ਗੱਲ ਇਹ ਆ ਜੀ ਵੀ ਜੇ ਆਪਾਂ ਕਹੀਏ ਵੀ ਡਾਕੇ ਵਾਲੀ ਪੁਲਿਸ ਨੇ ਆਪਣੇ ਆਪ ਹੀ FIR ਦਰਜ ਕਰਨੀ ਹੁੰਦੀ ਹੈ, ਉਹ ਤਾਂ ਜਿਹੜੀਆਂ ਮਰਜ਼ੀ ਧਰਾਵਾਂ ਲਾ ਲੇ ਜੀ। ਪਹਿਲਾਂ ਮੌਕੇ ਦੇ ਹਿਸਾਬ ਨਾਲ ਜਿੰਨਾ ਕੁ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਉਨਾ ਕੁ ਉਹਦੇ ਨਾਲ ਕਰਾਉਂਦੇ ਆ। ਪਰ ਜੇ ਸਿਆਣਾ ਪੁਲਿਸ ਅਫਸਰ ਆਈਓ ਹੋਇਆ, ਇਸ ਦੇ ਉੱਤੇ ਸੁਪਰਵਾਈਜ਼ਰੀ ਅਫਸਰ ਸਿਆਣਾ ਹੋਇਆ, ਤਾਂ ਧਰਾਵਾਂ ਵਧਾਈਆਂ ਘਟਾਈਆਂ ਜਾ ਸਿਆਣਾ ਕੀ ਕਰੂਗਾ? ਸਿਆਣਾ ਉਹੀ ਕਰੂਗਾ ਨਾ ਜੋ ਮੋਦੀ ਕਹੂ, ਨੂੰ ਸਰਕਾਰ ਕਹੂ, ਅਮਿਤ ਸ਼ਾਹ ਕਹੂ। ਪਰ ਫੇਰ ਤਾਂ ਜੀ ਹੁਣ ਜਿਹੜੀ ਕੋਈ ਮਰਜ਼ੀ ਆ ਜੀ, ਇਹਨਾਂ ਨੇ ਇਹ ਕਰਾਉਣਾ ਹੀ ਹੈ। ਫੇਰ ਚਾਹੇ ਸਾਰੇ ਕਿਸਾਨ ਜਿੰਨੇ ਕੁ ਬੈਠੇ ਨੇ ਸਾਰਿਆਂ ਤੇ ਕਰਕੇ ਇਹਨਾਂ ਨੂੰ ਅੰਦਰ ਕਰ ਲੈ। ਦੇਖੋ ਇਹ ਬੜੀ ਗਿਣੀ ਮਿਥੀ ਸਕੀਮ ਦੇ ਨਾਲ ਅਸੀਂ ਸਮਝਦੇ ਹਾਂ, ਬੜੀ ਸੋਚੀ ਸਮਝੀ ਚਾਲ ਦੇ ਨਾਲ ਹੋਇਆ ਸਾਰਾ ਕੁਝ। ਸਾਰਾ ਕਿ ਇੱਕ ਤਰੀਕੇ ਦੇ ਨਾਲ ਇਹ ਪੂਰੀ ਦੀ ਪੂਰੀ ਐਜੀਟੇਸ਼ਨ ਜਿਹੜੀ ਬੜੀ ਇੱਕ ਜ਼ਬਰਦਸਤ ਰੁਖ ਅਖਤਿਆਰ ਕਰਦੀ ਜਾ ਰਹੀ ਸੀ, ਇਸ ਨੂੰ ਤਾਰ ਪੀੜੋ ਕੀਤਾ ਜਾਵੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਇਹਦੇ ਵਿੱਚ ਜਿਹੜੇ ਮਸ਼ਹੂਰ ਮੱਤ ਨੇ ਨਾ, ਇਹ ਜਿਹੜੇ ਅਸੀਂ ਕਹਿੰਦੇ ਦੀਪ ਸਿੱਧੂ ਵਰਗੇ, ਇਹਦੇ ਵਿੱਚ ਮੈਂ ਲੱਖਾ ਸਿਧਾਣਾ ਨੂੰ ਇਸ ਕਰਕੇ ਨਹੀਂ ਸ਼ਾਮਿਲ ਕਰ ਰਿਹਾ ਕਿਉਂਕਿ ਫੋਟੋ ਨਹੀਂ ਆਈ। ਨਹੀਂ, ਲੱਖਾ ਸਿਧਾਣਾ ਉੱਥੇ ਗਿਆ ਹੀ ਨਹੀਂ। ਲੱਖਾ ਸਿਧਾਣਾ ਗਿਆ ਨਹੀਂ। ਲੱਖਾ ਸਿਧਾਣਾ ਨੇ ਸਟੇਜ ਦੇ ਉੱਤੇ ਬਾਕਾਇਦਾ ਤੌਰ ਦੇ ਉੱਤੇ ਕਿਹਾ ਸੀ ਕਿ ਦੇਖਿਓ ਭਰਾਵੋ, ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰ ਦਿਓ। ਉਹਦੇ ਵੀਡੀਓ ਜਿਹੜੇ ਉਹਦੇ ਵਿੱਚ ਨਹੀਂ ਸੀ, ਉਹ ਸਪਸ਼ਟ ਤੌਰ ਦੇ ਉੱਤੇ ਉਹਨੇ ਕਿਹਾ ਸੀ ਕਿ ਹਿੰਸਾ ਨਹੀਂ ਕਰਨੀ। ਉਹ ਅੱਜ ਵੀ ਉਹ ਇਸ ਗੱਲ ਦੇ ਖਿਲਾਫ ਹੈ, ਕਿਉਂਕਿ ਜਦੋਂ ਅਸੀਂ ਐਵੀਡੈਂਸ ਦੀ ਗੱਲ ਕਰਦੇ ਹਾਂ ਤਾਂ ਲੱਖਾ ਸਿਧਾਣਾ ਦੇ ਖਿਲਾਫ ਇਹ ਐਵੀਡੈਂਸ ਨਹੀਂ ਬਣਦੀ ਕਿ ਉਹਨੇ ਲੋਕਾਂ ਨੂੰ ਭੜਕਾਇਆ, ਉਹਨੇ ਲੋਕਾਂ ਨੂੰ ਸ਼ਾਂਤੀ ਨਾਲ ਕੰਮ ਲੈਣ ਤੋਂ ਕਿਹਾ। ਦੂਜੇ ਪਾਸੇ ਦੀਪ ਸਿੱਧੂ, ਦੇਖੋ ਪੁਰਾਤਨ ਅਸੀਂ ਇਤਿਹਾਸ ਦੀ ਗੱਲ ਕਰੀਏ, ਰਿਸ਼ੀ ਵਿਸ਼ਵਾਮਿੱਤਰ ਨੇ ਤਪੱਸਿਆ ਸ਼ੁਰੂ ਕਰਤੀ ਤਾਂ ਦੇਵਤਿਆਂ ਨੂੰ ਜਿਹੜਾ ਲਿਖਿਆ ਗਿਆ, ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੂੰ ਖਤਰਾ ਖੜਾ ਹੋ ਗਿਆ ਕਿ ਰਿਸ਼ੀ ਵਿਸ਼ਵਾਮਿੱਤਰ ਨੇ ਤਪੱਸਿਆ ਸ਼ੁਰੂ ਕਰਤੀ, ਹੁਣ ਬਈ ਪਤਾ ਨਹੀਂ ਕੀ ਹੋ ਜਾਊਗਾ। ਤੇ ਉਹਨਾਂ ਨੇ ਅਪਸਰਾਵਾਂ ਦੀ ਸਹਾਇਤਾ ਲਈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਡਾਂਸ, ਨਾਚ ਵਗੈਰਾ, ਚੂੜੀਆਂ ਖੜਕਾ ਕੇ, ਝਾਂਜਾਂ ਖੜਕਾ ਕੇ ਰਿਸ਼ੀ ਵਿਸ਼ਵਾਮਿੱਤਰ ਦੀ ਤਪੱਸਿਆ ਭੰਗ ਕਰ ਦਿਓ। ਤੇ ਉਹਨਾਂ ਦੇ ਇਸ ਮਕਸਦ ਦੇ ਨਾਲ ਉਹ ਰਿਸ਼ੀ ਵਿਸ਼ਵਾਮਿੱਤਰ ਦੀ ਜਿਹੜੀ ਤਪੱਸਿਆ ਸੀ ਉਹ ਭੰਗ ਹੋ ਗਈ। ਇਹ ਗੱਲ ਠੀਕ ਹੈ ਕਿ ਬਾਅਦ 'ਚ ਉਹ ਸ਼ਰਾਬ ਸ਼ਰੂਪ ਦਿੰਦੇ ਰਹੇ ਤੇ ਉਹਦੇ ਨਾਲ ਕੀ ਬਣਦਾ ਬਾਅਦ ਵਿੱਚ, ਠੀਕ ਹੈ। ਬਟ ਗੱਲ ਇਹ ਹੈ ਕਿ ਕਿਸਾਨ ਜਿਹੜੇ ਸੀ ਇੱਕ ਤਪੱਸਿਆ ਕਰ ਰਹੇ ਸੀ, ਕਿਸਾਨ ਇੱਕ ਭਗਤੀ ਨਾਲ ਬੈਠੇ ਸੀ, ਉੱਥੇ ਲੰਗਰ ਛਕਾ ਰਹੇ ਸੀ, ਲੋਕਾਂ ਦੀਆਂ ਅਸੀਸਾਂ ਲੈ ਰਹੇ ਸੀ, ਮੈਡੀਕਲ ਚੈੱਕਅਪ ਕੈਂਪ ਲਾ ਰਹੇ ਸੀ, ਉੱਥੇ ਦੁੱਧ, ਚਾਹ, ਖਾਣੇ ਦੇ ਲੰਗਰ ਵਗੈਰਾ, ਉੱਥੇ ਧਾਰਮਿਕ ਭਜਨ ਵਗੈਰਾ, ਉੱਥੇ ਇੱਕ ਤਰ੍ਹਾਂ ਦਾ ਸਤਸੰਗ ਚੱਲ ਰਿਹਾ ਸੀ, ਅਸੀਂ ਕਹਿ ਸਕਦੇ ਹਾਂ। ਕਿਸਾਨਾਂ ਦੀ ਜਿਹੜੀ ਤਪੱਸਿਆ ਨੂੰ ਇੱਕ ਦੀਪ ਸਿੱਧੂ ਵਰਗਾ ਫਿਲਮੀ ਅਦਾਕਾਰ, ਕਰੈਕਟਰ
ਅਸੀਂ ਕਹਿ ਸਕਦੇ ਹਾਂ ਕਿ ਡਾਂਸ ਵਗੈਰਾ ਵੀ ਕਰਦੇ ਨੇ, ਸ਼ਬਦ ਨਚਾਰ ਵੀ ਚੰਗਾ ਸ਼ਬਦ ਹੈ, ਮਤਲਬ ਇੱਕ ਨਚਾਰ ਨੂੰ ਲਿਆ ਕੇ ਪੂਰੇ ਦੇ ਪੂਰੇ ਕਿਸਾਨ ਅੰਦੋਲਨ ਦੀ ਨੂੰ ਅਜਿਹਾ ਪਲੀਤਾ ਲਾਇਆ ਗਿਆ ਕਿ ਜਿਹਨੂੰ ਸੰਭਾਲਣਾ ਖਾਲਸਾ ਜੀ ਹਾਲੇ ਸੌਖਾ ਨਹੀਂ। ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਨਹੀਂ ਜੀ, ਕੋਈ ਸ਼ੱਕ ਨਹੀਂ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਉਹਨੂੰ ਬਹੁਤ ਪਲੀਤਾ ਲਾਇਆ ਗਿਆ। ਪਰ ਇੱਕ ਪਲੱਸ ਪੁਆਇੰਟ ਦੇਖੋ ਸਰ, ਇੱਥੇ ਕੀ ਹੋਇਆ ਹੈ ਕਿ ਜੋ ਹੁਣ ਤੱਕ ਭਾਵੇਂ ਜਾਟ ਅੰਦੋਲਨ ਹੋਇਆ ਹੈ ਜਾਂ ਹੋਰ ਵੀ ਅੰਦੋਲਨ ਹੋਏ ਨੇ, ਜਿਹਦੇ ਵਿੱਚ ਦੇਖੋ ਕਿ ਪੱਤ ਵੀ ਲੁੱਟੀਆਂ ਗਈਆਂ ਨੇ ਤੇ ਸ਼ੀਸ਼ੇ ਵੀ ਲੁੱਟ-ਪਟ ਕੋਈ ਕਰ ਵੀ ਕੀਤੀ ਗਈ ਹੈ, ਉਹ ਚੀਜ਼ਾਂ ਨਹੀਂ ਹੋਈਆਂ ਇਹ ਚਾਹੀਦੀ ਜੀ। ਠੀਕ ਹੈ ਪਲੀਤਾ ਆਪ ਜੀ ਦੀ ਗੱਲ ਸਹੀ ਹੈ। ਇਸ ਸੰਬੰਧ ਤੇ ਮੈਂ ਖੈਰ ਨਹੀਂ ਹੁਣ ਬੋਲ ਸਕਦਾ, ਕਿਉਂਕਿ ਜੋ ਸਪਸ਼ਟ ਹੈ ਉਹਦਾ ਦਿਖ ਰਿਹਾ ਹੈ। ਔਰ ਉਹ ਭੱਜਿਆ ਵੀ ਉੱਥੋਂ ਦੀ ਆਪਣੀ ਜਾਨ ਬਚਾਉਣ ਵਾਸਤੇ, ਕਦੀ ਮੋਟਰਸਾਈਕਲ ਤੇ ਭੱਜਿਆ, ਕਦੀ ਜਿਵੇਂ ਵੀ ਆਪਾਂ ਦੇਖਦੇ ਹਾਂ। ਦੇਖੋ ਕਮਾਲ ਦੀ ਗੱਲ ਹੈ ਇਹ, ਤੁਹਾਡੀ ਗੱਲ ਦੇ ਵਿੱਚੋਂ ਮੈਂ ਇੱਕ ਗੱਲ ਲੈ ਰਿਹਾ। ਮੋਟਰਸਾਈਕਲ ਤੇ ਸਭ ਤੋਂ ਪਹਿਲਾਂ ਭੱਜਦਾ ਦਿਖਾਇਆ ਜਾ ਰਿਹਾ। ਮੋਟਰਸਾਈਕਲ ਤੇ ਦੀਪ ਸਿੱਧੂ ਭੱਜਿਆ, ਲੋਕਾਂ ਨੇ ਫੋਲੋ ਕੀਤਾ, ਤਾਂ ਇਹਨੂੰ ਉੱਥੇ ਮੋਟਰਸਾਈਕਲ ਮੌਕੇ ਦੇ ਉੱਤੇ ਕਿਵੇਂ ਮਿਲ ਗਿਆ ਉੱਥੋਂ ਭੱਜਣ ਦੇ ਲਈ, ਉੱਥੋਂ ਹਨਾ ਬਚ ਕੇ ਜਾਣ ਦੇ ਲਈ? ਇਹ ਵੀ ਜਾਂਚ ਦਾ ਵਿਸ਼ਾ ਹੈ। ਅਸੀਂ ਕਹਿੰਦੇ ਹਾਂ ਕਿ ਕਿਸਾਨਾਂ ਦੀ ਜਿਹੜੀ ਆਪਣੀ ਇੰਟੈਲੀਜੈਂਸ ਹੈ, ਕਿਸਾਨ ਆਪਣੇ ਤੌਰ ਤੇ ਜਾਂਚ ਕਰਨਗੇ ਮੋਟਰਸਾਈਕਲ ਕਿੱਥੋਂ ਮਿਲ ਗਿਆ ਭੱਜਣ ਵਾਸਤੇ। ਫਿਰ ਇੱਕ ਦੂਜੀ ਵੀਡੀਓ ਹੈ ਕਿ ਟਰੈਕਟਰ ਦੇ ਉੱਤੇ ਲਾਈਵ ਹੋ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਕੁਝ ਬੰਦੇ ਆ ਕੇ ਬਾਈ ਜੀ ਥੱਲੇ ਆ ਜਾਓ ਗੱਲ ਕਰਨੀ ਹੈ। ਜਦੋਂ ਥੱਲੇ ਆਉਂਦੇ ਨੂੰ ਪਤਾ ਲੱਗਿਆ ਹੁਣ ਛਿੱਤਰ ਪੈਣਗੇ, ਤੇ ਉੱਥੋਂ ਜਿਉਂ ਭੱਜਿਆ ਯਾਨੀ ਕਿ ਬੰਬੂ ਕਾਟ ਬਣ ਗਿਆ ਇਹ। ਠੀਕ ਹੈ ਜੀ, ਭੱਜੇ ਜਾਂਦੇ ਨੇ, ਪਿੱਛੇ ਵੀ ਭੱਜ ਰਹੇ ਨੇ, ਫੋਲੋ ਕਰਦੇ ਨੇ, ਉੱਥੋਂ ਭੱਜ ਗਿਆ। ਅਗਲਾ ਵੀਡੀਓ ਇਹਦਾ ਝਾੜੀਆਂ 'ਚ ਲੁਕੇ ਹੋਏ ਦਾ ਆਉਂਦਾ ਹੈ ਰਾਤ ਨੂੰ। ਅਗਲੇ ਵੀਡੀਓ ਦੇ ਵਿੱਚ ਝਾੜੀਆਂ ਦੇ ਵਿੱਚ ਲੁਕੇ, ਪਤਾ ਨਹੀਂ ਹੋ ਸਕਦਾ ਇਹ ਝਾੜੀਆਂ ਦੇ ਵਿੱਚ ਲੁਕ ਗਿਆ ਹੋਵੇ, ਕਿਉਂਕਿ ਹੁਣ ਇਹਦੀ ਕਿੱਥੇ ਵੇਅਰ ਅਬਾਊਟਸ ਨੇ ਉਗਸੁਗ ਇਹ ਹਾਲੇ ਸਾਨੂੰ ਸਾਡੇ ਚੈਨਲ ਕੋਲ ਗੱਲ ਪੰਜਾਬ ਦੀ ਕੋਲ ਹਾਲੇ ਇਹਦੇ ਵੇਅਰ ਅਬਾਊਟਸ ਹੈਗੇ ਨਹੀਂ। ਜਦੋਂ ਤੱਕ ਅਸੀਂ ਇੰਟਰਵਿਊ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੇ ਆਉਣਗੇ ਤੁਹਾਨੂੰ ਦੱਸਾਂਗੇ। ਬਟ ਇਹ ਉੱਥੇ ਝਾੜੀਆਂ ਦੇ ਵਿੱਚ ਇਸ ਦੀ ਵੀਡੀਓ ਆਈ ਹੈ, ਝਾੜੀਆਂ ਦੇ ਵਿੱਚੋਂ ਇਹ ਲੋਕਾਂ ਨੂੰ ਸੰਬੋਧਨ ਕਰ ਰਿਹਾ। ਇਟ ਮੀਨਸ ਕਿ ਉੱਥੋਂ ਕੁੱਟ ਦੇ ਡਰੋਂ ਕਿ ਹੁਣ ਸਾਡੀ ਦੇਖੋ ਸਭ ਤੋਂ ਜਿਹੜੀ ਖਤਰਨਾਕ ਕੁੱਟ ਹੁੰਦੀ ਹੈ ਸਰ ਨਾਰ ਸਿੰਘ ਜੀ, ਗਿੱਦੜ ਕੁੱਟ ਸਭ ਤੋਂ ਖਤਰਨਾਕ ਹੁੰਦੀ ਹੈ। ਤੇ ਗਿੱਦੜ ਕੁੱਟ ਤੋਂ ਡਰਦਾ ਹੋਇਆ ਬਚਿਆ ਹੋਇਆ ਇਹ ਰੂਪੋਸ਼ ਹੋ ਗਿਆ, ਜਿਹਨੂੰ ਪੰਜਾਬੀ 'ਚ ਕਹਿ ਦਈਏ ਕਿ ਅੱਗ ਲਾਈ ਤੇ ਡੱਬੂ ਕੰਧ ਤੇ। ਜੀ ਕੀ ਕਹਿਣਾ, ਕੀ ਕਹਿ ਸਕਦੇ ਹੋ ਸਰ ਇਹਦੇ ਬਾਰੇ? ਮੈਂ ਅੱਛਾ ਜੀ ਇਹ ਵੀ ਦੇਖਿਆ ਕਿ ਕਈ ਬੰਦੇ ਜਿਹੜੇ ਕਿ ਸਿਰਫ ਪੁਲਿਸ ਨੂੰ ਹੀ ਕੁੱਟਦੇ ਨਜ਼ਰ ਆ ਰਹੇ ਨੇ। ਮੈਂ ਵੀ ਦੇਖਿਆ ਬਹੁਤ ਵੱਡੀ ਮਿਲਾਵਟ ਹੋਈ ਹੈ। ਮੈਂ ਹੀ ਕਹਾਂਗਾ ਤੇ ਸਿਰਫ ਇਹ ਅਸਲ ਹਾਈਜੈਕ ਹੀ ਹੋਇਆ ਹੈ। ਬਾਕੀ ਕਿਸਾਨ ਅੰਦੋਲਨ ਤਾਂ ਹੁਣ ਵੀ ਚੱਲ ਰਿਹਾ, ਉਹ ਚੱਲਦਾ ਰਹੇਗਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਇਸ ਸੰਬੰਧੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ, ਜਿਹੜਾ ਇਹ ਦੀਪ ਸਿੱਧੂ ਹੈ ਜੀ, ਇਸ ਬੰਦੇ ਦਾ ਤਾਂ ਪਹਿਲਾਂ ਆਪਾਂ ਨੇ ਪੰਜਾਬ ਦੇ ਵਿੱਚ ਹੀ ਦੇਖੀਏ, ਗੁਰਦਾਸਪੁਰ ਦੇ ਵਿੱਚ ਜਦੋਂ MP ਚੋਣਾਂ ਹੋਈਆਂ ਸੀ, ਹਾਂਜੀ, ਸਨੀ ਦਿਓਲ ਦਾ ਇਹ ਸਾਰਾ ਕਰਤਾ ਧਰਤਾ ਇਹ ਹੈਗਾ ਸੀ, ਤੇ ਆਪਾਂ ਕਹਿ ਦਈਏ ਵੀ ਪ੍ਰਧਾਨ ਮੰਤਰੀ ਨਾਲ ਇਹਦੀਆਂ ਫੋਟੋਆਂ ਨੇ, ਇਹਦਾ ਤਾਂ ਅਮਿਤ ਸ਼ਾਹ ਦੀਆਂ ਫੋਟੋਆਂ ਨੇ ਸਾਰੀਆਂ। ਉਹਨਾਂ ਕੋਲ ਹਰ ਬੰਦੇ ਦਾ ਜਾਣਾ ਹੀ ਔਖਾ ਹੁੰਦਾ ਜੀ। ਅੱਜ ਤੁਸੀਂ ਬਿਲਕੁਲ ਆਪਾਂ ਇਹ ਸਵਾਲ ਖੜਾ ਹੁੰਦਾ ਜਾਣਾ ਕਿ ਉਹਨਾਂ ਨੂੰ ਟੈਲੀਫੋਨ ਕਰਨਾ ਔਖਾ ਜੀ। ਆਪਾਂ ਕਹਿ ਦਈਏ ਵੀ ਉਹਨਾਂ ਨੂੰ ਇਹ ਬਹੁਤ ਹੀ ਇਹਨਾਂ ਨੂੰ ਚਾਹੀਦਾ ਸੀ। ਤੇ ਮੈਂ ਇਹ ਕਹੂੰਗਾ ਵੀ ਆਪਾਂ BJP ਨੇ ਇਹਨੂੰ ਫੇਲ ਕਰਨ ਵਾਸਤੇ, ਕਿਸਾਨ ਅੰਦੋਲਨ ਨੂੰ ਫੇਲ ਕਰਨ ਵਾਸਤੇ ਇਹੋ ਜਿਹੇ ਗੁੰਡੇ ਪਾਲੇ ਸੀ, ਭੇਜੇ ਸੀ, ਜਿਹੜੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿਸਾਨਾਂ ਦੀ ਇੰਟੈਲੀਜੈਂਸੀ ਜਿਹੜੀ ਰਾਤ ਨੂੰ ਮਾੜੇ ਅਨਸਰ ਵੀ ਇਹਨਾਂ ਨੇ ਫੜੇ ਸੀ, ਪਰ ਇਹਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਕਿਸਾਨਾਂ ਨੂੰ ਇਹੋ ਜਿਹੇ ਬੰਦਿਆਂ ਦਾ ਜ਼ਰੂਰ ਕਰਨਾ ਚਾਹੀਦਾ ਸੀ, ਜਿਹੜਾ ਕਿ ਇਹ ਬਦਨਾਮੀ ਦਾ ਕਾਰਨ ਬਣੇ ਨੇ। ਕਿਸਾਨ ਅੰਦੋਲਨ ਨੂੰ ਮੈਂ ਕਹੂੰਗਾ ਵੀ ਬਦਨਾਮ ਕਰਨ ਵਾਸਤੇ ਵਰਲਡ ਦੇ ਵਿੱਚ ਕਿਸਾਨ ਅੰਦੋਲਨ ਦੀ ਬੱਲੇ ਬੱਲੇ ਹੋ ਰਹੀ ਸੀ। ਕਿੰਨੇ ਲੰਗਰ ਛਕਾ ਰਹੇ ਸੀ, ਕਿੰਨੀਆਂ ਕਿਤਾਬਾਂ ਦੇ ਕੋਈ ਲੱਗ ਰਹੇ ਸੀ, ਕਿੰਨੀ ਰਿਹਾਇਸ਼ ਦਾ ਕਿੰਨੇ ਬੰਦਾ ਅਜੇ ਤੱਕ ਕਰਿਆ ਸੀ। ਪਰ ਮੈਂ ਇੰਨੀ ਸਿਆਲ ਦੇ ਵਿੱਚ ਜਿੱਥੇ ਕਿੰਨਾ ਆਪਾਂ ਕਹਿ ਦਈਏ ਵੀ ਠੰਡ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਵੀ ਕੋਈ ਹੀਟਰ ਲਾਉਂਦਾ, ਕੋਈ ਡਬਲ ਰਜਾਈ ਲੈ ਰਿਹਾ, ਕੋਈ ਕੰਬਲ ਲੈ ਰਿਹਾ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਦਾ। ਮੇਰਾ ਸਿਰ ਝੁਕਦਾ ਉਹਨਾਂ ਮਾਵਾਂ ਬੱਚਿਆਂ ਦੇ, ਨੌਜਵਾਨ ਲੜਕੀਆਂ ਦੇ, ਜਿਹੜੇ ਮਾਵਾਂ ਤੇ ਬਜ਼ੁਰਗਾਂ ਦੇ, ਜਿਹੜਾ ਮੈਂ ਕਹੂੰਗਾ ਵੀ ਆਪਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ, ਜਿਹੜੇ ਉੱਥੇ ਵੈਸੇ ਤਾਂ ਸਾਰੇ ਬੈਠੇ ਨੇ, ਪਰ ਜਿਹੜੇ ਬੱਚੇ, ਨੌਜਵਾਨ ਲੜਕੀਆਂ, ਬਜ਼ੁਰਗ ਮਾਤਾ, ਬਜ਼ੁਰਗ ਜਿਹੜੇ ਮੇਰੇ ਪਿਤਾ ਸਮਾਨ ਉੱਥੇ ਬੈਠੇ ਨੇ,
ਉਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਮੈਂ ਤਾਂ ਇਹੀ ਗੱਲ ਅਰਦਾਸ ਕਰਦਾ ਵੀ ਪ੍ਰਮਾਤਮਾ ਵੈਸੇ ਇਹ ਕਿਸਾਨ ਅੰਦੋਲਨ ਨੂੰ ਇਹ ਆਪਾਂ ਐਨ ਚੜ੍ਹਦੀ ਕਲਾ 'ਚ ਇਹ ਹੋ ਕੇ ਆਉਣਗੇ। ਮੈਂ ਦੁਬਾਰਾ ਫੇਰ ਕਹੂੰਗਾ ਕਿ ਇਹ ਜਿੱਤ ਕੇ ਹਾਸਲ ਕਰਕੇ ਆਉਣ। ਸਾਡੇ ਲੀਡਰ ਬਹੁਤ ਸਿਆਣੇ ਕਿਸਾਨਾਂ ਦੇ ਹੈਗੇ ਨੇ ਤੇ ਪਰ ਫਿਰ ਇਹੋ ਜਿਹੇ ਬੰਦੇ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ, ਇਹੋ ਜਿਹੇ ਬੰਦਿਆਂ ਦਾ ਜ਼ਰੂਰ ਪਛਾਣ ਕਰਨੀ ਚਾਹੀਦੀ ਤੇ ਮੱਕੂ ਵੀ ਬੰਨਣਾ ਚਾਹੀਦਾ, ਮੱਕੂ ਬੰਨਣਾ ਚਾਹੀਦਾ ਕਿ ਜਿਹੜੀਆਂ ਸੰਗੀਨ ਧਰਾਵਾਂ ਲੱਗੀਆਂ ਨੇ ਇਹੋ ਜਿਹੇ ਬੰਦਿਆਂ ਨੂੰ ਅਸਲੀ ਅੰਦਰ ਭੇਜਣਾ ਚਾਹੀਦਾ। ਮੱਕੂ ਦੀ ਜਨਤਾ ਆਪੇ ਬੰਨ ਦੇਗੀ ਉਹਨਾਂ ਦਾ। ਜੀ ਬਿਲਕੁਲ ਬਿਲਕੁਲ ਬਾਬਾ ਜੀ, ਤੁਹਾਡੀ ਗੱਲ ਬਹੁਤ ਵੱਡੀ ਹੈ ਕਿ ਮੱਕੂ ਜਨਤਾ ਆਪੇ ਹੀ ਬਣਦੇ ਵੀ ਬੰਨ ਵੀ ਰਹੀ ਹੈ, ਬੰਨ ਵੀ ਰਹੀ ਹੈ। ਉਹਨਾਂ ਨੂੰ ਜਿਹੜੇ ਸ਼ਲੋਕ ਸੁਣਾਏ ਜਾ ਰਹੇ ਨੇ WhatsApp ਦੇ ਉੱਤੇ, Facebook ਦੇ ਉੱਤੇ, ਇਹਦੇ ਬਾਰੇ ਵੀ ਅਲੱਗ ਪ੍ਰੋਗਰਾਮ ਬਣਾਵਾਂਗੇ ਕਮੈਂਟਸ ਦੇ ਉੱਤੇ, ਤੇ ਉਹ ਬਸ ਸੁਣੇ ਨਹੀਂ ਜਾਂਦੇ ਤੇ ਇਹ ਪਤਾ ਨਹੀਂ ਕਿਵੇਂ ਸੁਣ ਲੈਂਦੇ ਹੋਣਗੇ, ਪਰ ਬਸ਼ਰਮ ਖੋਪੜੀਆਂ ਨੇ। ਖੈਰ, ਕਿਸਾਨ ਭਰਾਵਾਂ ਦੇ ਲਈ ਅਸੀਂ ਇਹੋ ਕਹਿਣਾ ਚਾਹਾਂਗੇ ਕਿ ਸਾਡੇ ਮਿੱਤਰੋ, ਤੁਸੀਂ ਉਸ ਨਸਲ ਦੇ ਵਿੱਚੋਂ ਜਿਨ੍ਹਾਂ ਦੀ ਫਸਲ ਦੇ ਉੱਤੇ ਗੜੇਮਾਰ ਹੋ ਜਾਂਦੀ ਹੈ, ਜਿਨ੍ਹਾਂ ਦੀ ਫਸਲ ਤਬਾਹ ਹੋ ਜਾਂਦੀ ਹੈ, ਪਰ ਤੁਸੀਂ ਫੇਰ ਵੀ ਕੁਕਨੂਸ ਦੀ ਤਰ੍ਹਾਂ ਤੁਸੀਂ ਰਾਖ ਦੇ ਵਿੱਚੋਂ ਉੱਠ ਖੜੇ ਹੁੰਦੇ। ਬਿਲਕੁਲ ਜੀ। ਸੋ ਤੁਸੀਂ ਉਹ ਵਿਅਕਤੀ ਹੋ, ਇਸ ਲਈ ਤੁਸੀਂ ਹੌਸਲਾ ਨਾ ਹਾਰੋ। ਸਿਰਫ ਇਸ ਤਰ੍ਹਾਂ ਦੇ ਲੋਕਾਂ ਨੂੰ ਪਛਾਣੋ, ਸੰਘਰਸ਼ ਸਟਰਗਲ ਜਾਰੀ ਰੱਖੋ। ਇੱਕ ਸ਼ਾਇਰ ਅਲਾਮਾ ਇਕਬਾਲ ਦਾ शेर है कि जमी और है आसमां और भी हैं, जमी और है आसमां और भी है, अभी इश्क के इम्तिहान और भी हैं, तू तायर है तेरा काम परवाज करना, सितारों से आगे जहां और भी हैं। तायर कहते ने बाज नूं, ते तुसीं तां फिर बाजां वाले दे पुत्तर हो, बाजां वाले दी औलाद हो। इस करके जिहड़ा स्ट्रगल है, संघर्ष है, ਇਹਨੂੰ ਸਿਆਣਪ ਦੇ ਨਾਲ ਤੁਸੀਂ ਇਹਨੂੰ ਜਾਰੀ ਰੱਖਣਾ ਹੈ। ਸਰਕਾਰ ਨੂੰ ਵੀ ਸਾਡੀ ਇਹ ਗੁਜ਼ਾਰਿਸ਼ ਹੈ, ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ, ਮੋਦੀ ਜੀ ਨੂੰ ਸਾਡੀ ਬੇਨਤੀ ਹੈ, ਰਾਜਨਾਥ ਜੀ ਨੂੰ ਸਾਡੀ ਬੇਨਤੀ ਹੈ, ਅਮਿਤ ਸ਼ਾਹ ਜੀ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਇਹ ਜਿਹੜੇ ਕੁਝ ਹੁੱਲੜਬਾਜ਼ਾਂ ਨੇ ਇੱਕ ਮੂਰਖਤਾ ਦੇ ਨਾਲ ਕੱਲ ਕੁਝ ਘਟਨਾਵਾਂ ਕਰਤੀਆਂ, ਇਸ ਘਟਨਾ ਨੂੰ ਤੁਸੀਂ ਇਹ ਜਿਹੜੀ ਇਹਨਾਂ ਦੀ ਤਪੱਸਿਆ ਹੈ ਇੰਨੇ ਮਹੀਨਿਆਂ ਦੀ, ਉਹਨੂੰ ਰੋਲੋ ਨਾ। ਇਸ ਕਨਸੈਪਟ ਦੇ ਵਿੱਚ ਹਮਦਰਦੀ ਦੇ ਨਾਲ ਵਿਚਾਰ ਕਰੋ ਤੇ ਕੋਈ ਅਜਿਹਾ ਸਾਂਝਾ ਹੱਲ ਬੈਠ ਕੇ ਕੱਢਿਆ ਜਾਵੇ ਜਿਹਦੇ ਨਾਲ ਪੂਰੀ ਦੁਨੀਆ ਦਾ ਭਲਾ ਹੋ ਸਕੇ। ਮੈਂ ਮੋਦੀ ਜੀ ਨੂੰ ਗੱਲ ਕਹਾਂਗਾ, ਮੋਦੀ ਜੀ ਨੇ ਸੰਸਕ੍ਰਿਤ ਦੇ ਵਿੱਚ ਇੱਕ ਸ਼ਬਦ, ਇੱਕ ਦੋਹਾ, ਇੱਕ ਸ਼ਲੋਕ ਪੜ੍ਹਿਆ ਸੀ ਭਗਵੰਤ ਮਾਨ ਦੇ ਬਾਰੇ, ਤੇ ਮੋਦੀ ਜੀ ਨੂੰ ਵੀ ਸੰਸਕ੍ਰਿਤ ਕਾਫੀ ਆਉਂਦੀ ਹੈ कि अयम निजय परो बेती गणना च लघु चेत साम, कि ये अपना है, ये पराया है, ये गिनती छोटे लोगों की होती है। उदार चरिता नाम तू वसुधैव कुटुंबकम, कि बड़े दिल वालियां लई पूरी धरती तुहाडा अपना परिवार है। सो सरकार नूं यही गुजारिश है कि तुहाडा परिवार है, इहनूं परिवार नूं परिवार की तरह ही नजिठिया जाए। तो दोस्तों, साडे मेहमानां ने अज बहुत इस चर्चा दे विच अच्छियां गल्लां तो सानूं जाणू करवाया। ਤੁਹਾਨੂੰ ਗੁਜ਼ਾਰਿਸ਼ ਹੈ ਕਿ ਇਹਨਾਂ ਦੇ ਜਿਹੜੇ ਵਿਚਾਰ ਨੇ ਇਹਨਾਂ ਨੂੰ ਅੱਗੇ ਦੀ ਅੱਗੇ ਅੱਪੜਦੇ ਕਰਨ ਦੇ ਲਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਗੱਲ ਪੰਜਾਬ ਦੀ ਟੀਵੀ ਨੂੰ YouTube ਦੇ ਉੱਤੇ ਦੋਸਤੋ ਖੁਦ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਅੱਗੇ ਮਿੱਤਰਾਂ ਤੋਂ ਵੀ ਸਬਸਕ੍ਰਾਈਬ ਕਰਵਾਓ। ਤੁਹਾਡੇ ਇਸ ਕੰਮ ਦੇ ਨਾਲ ਸਾਨੂੰ ਤਾਕਤ ਮਿਲਦੀ ਹੈ ਤੇ ਨਾਲੇ ਬੈਲ ਆਈਕਨ ਦਾ ਬਟਨ ਵੀ ਦਬੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਤੇ ਅਪਡੇਟਸ ਵੀ ਮਿਲਦੇ ਰਹਿਣ। ਤੇ ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਨਾਰ ਸਿੰਘ ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਗੁਰਬੀਰ ਸਿੰਘ ਖਾਲਸਾ ਜੀ। ਅਸੀਂ ਇੱਕ ਨਾਰਾ ਲਾਵਾਂਗੇ ਕਿਸਾਨਾਂ ਦਾ, ਤੁਸੀਂ ਲਾਓਗੇ ਤੇ ਅਸੀਂ ਤੁਹਾਡੇ ਨਾਲ ਰਹਾਂਗੇ, ਇਹਦੇ ਨਾਲ ਅਸੀਂ ਬਰਖਾਸਤ ਕਰਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਸੋ ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश दुनिया के राजनीतिक, समाजिक ते मनोरंजन जगत दे नाल जुड़न लई साडे चैनल गल पंजाब दी टीवी नूं सबसक्राइब करो ते सब तो पहला नोटिफिकेशनस पाउण लई बैल आइकन प्रेस करो।